ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਬੰਦੋ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ, ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਰ ਪਟੰਬਰ ਕੀ ਇਕਲਾਈ, ਸੋ ਲੀਨੀ ਮੈਂ ਕੰਧ ਉਚਾਈ। ਵਹਿਰ ਨਗਰ ਕੇ ਕੇਤਕ ਦੂਰੀ, ਕਾਲੂ ਦੇ ਤਹ ਸਿਖਬਨ ਭੂਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ 'ਚ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ, ਸਤਿਗੁਰਾਂ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਵਡਿਆਈਆਂ ਹਨ। ਗੁਰਸਿੱਖ ਦਾ ਕਰਤੱਵ ਹੈ ਕਿ ਆਪਣੇ ਗੁਰੂ ਦੀ ਵਡਿਆਈ ਗੁਰੂ ਦੇ ਸਨਮੁਖ ਹੋ ਕੇ ਕਰੇ, ਆਪਣੇ ਸਤਿਗੁਰੂ ਨੂੰ ਵੱਡਾ ਕਰਕੇ ਸਲਾਹੇ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਸ੍ਰੀ ਨਨਕਾਣਾ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਕੌਤਕ ਵਰਤਾ ਰਹੇ ਨੇ। ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਮੈਂ ਤੁਹਾਨੂੰ ਬਹੁਤ ਸਾਰੇ ਕੰਮਾਂ ਵਿੱਚ ਲਾਇਆ, ਪਰ ਤੁਸੀਂ ਉਹਨਾਂ ਕੰਮਾਂ ਦੇ ਵਿੱਚ ਪ੍ਰਵਿਰਤ ਨਹੀਂ ਹੋਏ। ਆ ਮੇਰੇ ਕੋਲੋਂ 20 ਰੁਪਏ ਲਵੋ ਤੇ ਜਾ ਕੇ ਕੋਈ ਚੰਗਾ ਖਰਾ ਸੌਦਾ ਕਰਕੇ ਲਿਆਓ, ਜਿਹਦੇ ਚ ਬਹੁਤ ਸਾਰਾ ਲਾਭ ਤੇ ਮੁਨਾਫਾ ਹੋਵੇ। ਜੇ ਤੁਸੀਂ ਵਪਾਰ ਕਰਨ ਵਿੱਚ ਕਾਮਯਾਬ ਹੋ ਗਏ, ਜਿੰਨੀ ਆਮਦਨ ਹੋਵੇਗੀ ਉਹ ਤੁਸੀਂ ਆਪਣੀ ਵੱਖਰੀ ਆਪਣੇ ਕੋਲ ਰੱਖ ਲਿਓ। ਇਹ ਤਾਂ ਸਹਿਜੇ ਸਹਿਜੇ ਧਨ ਜੁੜਦਾ ਚਲਾ ਜਾਏਗਾ। ਇਹ ਸੰਸਾਰ ਵਿੱਚ ਜਿਹਦੇ ਕੋਲ ਪੈਸਾ ਹੈ ਉਸ ਦੀ ਸੋਭਾ ਹੈ। ਜੇ ਪੈਸਾ ਨਾ ਹੋਵੇ, ਧਨ ਨਾ ਹੋਵੇ, ਤੇ ਦੁਨੀਆ ਦੇ ਲੋਕ ਨਿਰਧਨ ਬੰਦੇ ਨੂੰ ਆਦਰ ਨਹੀਂ ਦਿੰਦੇ, ਸਤਿਕਾਰ ਨਹੀਂ ਦਿੰਦੇ। ਬੇਟਾ, ਇਹ ਮੇਰੀ ਜ਼ਿੰਦਗੀ ਦਾ ਤਜਰਬਾ ਹੈ। ਸਤਿਗੁਰਾਂ ਨੇ ਪਿਤਾ ਜੀ ਦੇ ਬਚਨ ਸੁਣੇ ਤੇ ਆਖਿਆ, ਪਿਤਾ ਜੀ ਸਤ ਬਚਨ, ਮੈਂ ਕੋਈ ਚੰਗਾ ਮੁਨਾਫੇ ਦਾ ਲਾਭ ਦਾ ਸੌਦਾ ਕਰਕੇ ਲਿਆਵਾਂਗਾ। ਨਗਰ ਵਿੱਚ ਭਾਈ ਬਾਲਾ ਜੀ ਰਹਿੰਦੇ ਹਨ। ਪਿਤਾ ਜੀ ਨੇ ਭਾਈ ਬਾਲਾ ਜੀ ਨੂੰ ਸੱਦਿਆ ਤੇ 20 ਰੁਪਏ ਉਹਨਾਂ ਨੂੰ ਫੜਾਏ ਨੇ। ਆਖਿਆ, ਬਾਲਾ ਜੀ ਤੁਸੀਂ ਨਾਨਕ ਦੇ ਨਾਲ ਜਾਓ ਔਰ ਕੋਈ ਖਰਾ ਸੌਦਾ ਕਰਕੇ ਲਿਆਓ। ਭਾਈ ਸਾਹਿਬ ਭਾਈ ਬਾਲਾ ਜੀ ਨਾਲ ਜਾਣ ਨੂੰ ਤਿਆਰ ਹੋਏ ਨੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਰਾ ਸੌਦਾ ਕਰਨ ਵਾਸਤੇ ਜਾ ਰਹੇ ਨੇ। ਆਓ ਮਨ ਔਰ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਾਰ ਪਟੰਬਰ ਕੀ ਇਕਲਾਈ। ਵਪਾਰ ਕਰਨ ਵਾਸਤੇ ਜਾਣਾ। ਰਸਤੇ ਵਿੱਚ ਕੱਪੜਿਆਂ ਦੀ ਵਸਤਰਾਂ ਦੀ ਲੋੜ ਹੋਣੀ ਸੀ। ਤੋਂ ਮਾਤਾ ਜੀ ਨੇ ਬੜੇ ਸੁੰਦਰ ਵਸਤਰ ਸਤਿਗੁਰੂ ਜੀ ਵਾਸਤੇ ਇੱਕ ਪੋਟਲੀ ਦੇ ਵਿੱਚ ਬੰਨ੍ਹ ਦਿੱਤੇ ਹਨ। ਭਾਈ ਸਾਹਿਬ ਭਾਈ ਬਾਲਾ ਜੀ ਨੇ ਵੀ ਆਪਣੇ ਨਾਲ ਲਿਜਾਣ ਵਾਸਤੇ ਇੱਕ ਵਸਤਰਾਂ ਦੀ ਜੋੜੀ ਲੈ ਲਈ ਹੈ। ਸੋ ਲੀਨੀ ਮੈਂ ਕੰਧ ਉਚਾਈ। ਭਾਈ ਬਾਲਾ ਜੀ ਕਹਿੰਦੇ ਕੱਪੜਿਆਂ ਦੀ ਉਹ ਪੋਟਲੀ, ਕਿਉਂਕਿ ਥੋੜੀ ਸਰਦੀ ਦਾ ਮੌਸਮ ਸੀ, ਥੋੜੇ ਜਿਹੇ ਮੋਟੇ ਕੱਪੜੇ ਵੀ ਜਿਹੜੇ ਨੇ ਉਹ ਨਾਲ ਲਏ ਨੇ। ਉਹ ਪੋਟਲੀ ਕੱਪੜਿਆਂ ਦੀ ਮੈਂ ਆਪਣੇ ਮੋਢੇ ਤੇ ਚੁੱਕ ਲਈ। ਵਹਿਰ ਨਗਰ ਤੇ ਕੇਤਕ ਦੂਰੀ। ਰਾਏ ਭੋਇੰ ਤਲਵੰਡੀ ਤੋਂ ਸਤਿਗੁਰੂ ਜੀ ਔਰ ਭਾਈ ਬਾਲਾ ਜੀ ਬਾਹਰ ਨੂੰ ਜਾ ਰਹੇ ਨੇ ਔਰ ਪਿਤਾ ਮਹਿਤਾ ਕਾਲੂ ਜੀ ਨਾਲ ਨਾਲ ਟੁਰੇ ਜਾਂਦੇ ਆ ਵਿਦਾ ਕਰਨ ਵਾਸਤੇ। ਨਗਰ ਤੋਂ ਵਾਹਵਾ ਕਾਫੀ ਦੂਰ ਤੱਕ ਪਿਤਾ ਜੀ ਨਾਲ ਚਲਦੇ ਗਏ ਹਨ। ਕਾਲੂ ਦੇ ਤਹ ਸਿਖਵਨ ਪੂਰੀ। ਪਿਤਾ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਈ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਹਨ। ਵਪਾਰ ਕਰਨ ਦੇ ਤਰੀਕੇ ਦੱਸਦੇ ਨੇ ਕਿ ਇਦਾਂ ਵਪਾਰ ਕਰੀਦਾ, ਇਦਾਂ ਵਣਜ ਕਰੀਦਾ, ਇਦਾਂ ਕਈ ਦੁਕਾਨਾਂ ਤੋਂ ਪਹਿਲਾਂ ਸੌਦੇ ਬਾਰੇ ਜਾਣਕਾਰੀ ਲਈਦੀ ਹੈ। ਤੋ ਇਸ ਪ੍ਰਕਾਰ ਨਾਲ ਪਿਤਾ ਜੀ ਬਹੁਤ ਸਾਰੀਆਂ ਸਿੱਖਿਆਵਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਦਿੰਦੇ ਜਾ ਰਹੇ ਨੇ। ਬਾਹਰ ਹਟਿਓ ਕਰ ਮੋਹ ਕਨੇਰਾ। ਜਦੋਂ ਨਗਰ ਤੋਂ ਵਾਹਵਾ ਕਾਫੀ ਦੂਰ ਤੱਕ ਆ ਗਏ, ਪਿਤਾ ਜੀ ਨੇ ਆਖਿਆ, ਨਾਨਕ ਹੁਣ ਤੁਸੀਂ ਜਾਓ ਤੇ ਮੈਂ ਵਾਪਸ ਮੁੜਦਾ ਹਾਂ। ਜਾਣ ਤੋਂ ਪਹਿਲਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਗਲ ਵਕੜੀ ਚ ਲਿਆ, ਮੱਥਾ ਚੁੰਮਿਆ ਔਰ ਪਿਤਾ ਜੀ ਵਾਪਸ ਨਗਰ ਨੂੰ ਆ ਗਏ ਹਨ। ਬਾਰ ਬਾਰ ਪਾਛਲ ਦਿਸ ਹੇਰਾ। ਤੇ ਜਦੋਂ ਜਾਂਦੇ ਨੇ ਵਾਪਸ ਪਿਤਾ ਜੀ, ਫਿਰ ਵੀ ਮੁੜ ਮੁੜ ਕੇ ਪਿੱਛੇ ਵੇਖਦੇ ਨੇ ਗੁਰੂ ਨਾਨਕ ਸਾਹਿਬ ਨੂੰ ਜਾਂਦੇ ਆ। ਇਹ ਜੀਵਨ ਵਿੱਚ ਪਿਤਾ ਜੀ ਦੇ ਪਹਿਲੀ ਵਾਰ ਹੋਇਆ
ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀਆਂ ਅੱਖਾਂ ਤੋਂ ਪਰੋਖੇ ਹੋ ਰਹੇ ਹਨ। ਜਦੋਂ ਦੇ ਜਨਮ ਤੋਂ ਮਹਾਰਾਜ ਜੀ ਜਨਮ ਲੈ ਕੇ ਆਏ ਨੇ ਪ੍ਰਕਾਸ਼ ਧਾਰਨ ਕਰਕੇ, ਉਦੋਂ ਦੇ ਘਰ ਵਿੱਚ ਹੀ ਸਨ ਤੇ ਸੁਭਾਵਕ ਸੀ ਇੱਕ ਪਿਤਾ ਦੇ ਮਨ 'ਚ ਮਮਤਾ ਦਾ ਆਉਣਾ। ਪਹਿਲੀ ਵਾਰ ਪੁੱਤਰ ਨੂੰ ਘਰੋਂ ਬਾਹਰ ਟੋਰਿਆ, ਇਸ ਕਰਕੇ ਪਿਤਾ ਜੀ ਮੁੜ ਮੁੜ ਕੇ ਪਿੱਛੇ ਵੇਖਦੇ ਹਨ। ਮੰਦ ਮੰਦ ਪੱਗ ਧਰ ਗੁਣ ਮੰਦਰ, ਗੁਣਾਂ ਦੇ ਮੰਦਰ, ਗੁਣਾਂ ਦੇ ਸਾਗਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਹਿਜੇ ਸਹਿਜੇ ਕਦਮ ਪੁੱਟਦੇ ਨੇ। ਸਹਿਜੇ ਸਹਿਜੇ ਕਦਮ ਪੁੱਟ ਕੇ ਪਾਤਸ਼ਾਹ ਜੀ ਮਹਾਰਾਜ ਜੀ ਚੱਲਦੇ ਹਨ। ਚਲਤ ਪੰਥ ਭਾਗਤ ਬਚ ਸੁੰਦਰ, ਔਰ ਚਲਦਿਆਂ ਚਲਦਿਆਂ ਸੋਹਣੇ ਬਚਨ ਆਪਣੇ ਮੁਖੋਂ ਮਹਾਰਾਜ ਜੀ ਕਹਿੰਦੇ ਜਾ ਰਹੇ ਨੇ। ਭਾਈ ਬਾਲਾ ਜੀ ਦੇ ਨਾਲ ਬਚਨ ਬਿਲਾਸ ਕਰਦੇ ਜਾ ਰਹੇ ਹਨ। ਭਗਤ ਵਿਰਾਗ ਗਿਆਨ ਗੁਣ ਸਾਨੀ, ਇਹੋ ਜਿਹੇ ਬਚਨ ਕਰਦੇ ਨੇ ਜਿਨ੍ਹਾਂ ਬਚਨਾਂ ਵਿੱਚ ਭਗਤੀ ਹੈ, ਜਿਨ੍ਹਾਂ ਬਚਨਾਂ ਵਿੱਚ ਗਿਆਨ ਹੈ, ਜਿਨ੍ਹਾਂ ਬਚਨਾਂ ਵਿੱਚ ਵਿਰਾਗ ਹੈ। ਐਸੇ ਸੁੰਦਰ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਮੁਖਾਰ ਬਿੰਦ ਚੋਂ ਕਰਦੇ ਜਾ ਰਹੇ ਹਨ। ਮੁਝ ਉਪਦੇਸ਼ਨ ਕਹਿਤ ਕਹਾਣੀ, ਔਰ ਮੈਨੂੰ ਉਪਦੇਸ਼ ਦੇਣ ਦੀ ਕਥਾ ਜਿਹੜੀ ਹੈ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਸਰਵਣ ਕਰਾਉਂਦੇ ਜਾ ਰਹੇ ਨੇ। ਮੈਨੂੰ ਉਪਦੇਸ਼ ਦੇਣ ਵਾਲੇ ਪਾਵਨ ਅੰਮ੍ਰਿਤ ਬਚਨ ਸਰਵਣ ਕਰਾਉਂਦੇ ਜਾ ਰਹੇ ਹਨ। ਗ੍ਰਾਮ ਨਗਰ ਮਾਰਗ ਮਹਿ ਜੀਤੇ, ਚਲਦਿਆਂ ਚਲਦਿਆਂ ਰਾਏ ਭੋਏ ਦੀ ਤਲਵੰਡੀ ਚੋਂ ਰਸਤੇ 'ਚ ਪਿੰਡ ਆਉਂਦੇ ਨੇ, ਕਈ ਛੋਟੇ ਛੋਟੇ ਨਗਰ ਆਉਂਦੇ ਨੇ, ਕੁਝ ਸ਼ਹਿਰ ਆਉਂਦੇ ਨੇ। ਉਹਨਾਂ ਵਿੱਚੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲੰਘਦੇ ਜਾ ਰਹੇ ਹਨ। ਸਹਿਜ ਸਹਿਜ ਉਲੰਘੇ ਸਭ ਤੇਤੇ, ਜਿਤਨੇ ਨਗਰ ਰਸਤੇ ਵਿੱਚ ਆਏ ਨੇ, ਸ਼ਹਿਰ ਆਏ ਨੇ, ਉਹ ਸਹਿਜੇ ਸਹਿਜੇ ਪੜਾ ਦਰ ਪੜਾ ਮਹਾਰਾਜ ਜੀ ਲੰਘ ਕੇ ਆਏ ਹਨ। ਚਲਤ ਚਲਤ ਆਇਓ ਇੱਕ ਕਾਨਨ, ਚਲਦਿਆਂ ਚਲਦਿਆਂ ਮਹਾਰਾਜ ਜੀ ਚੂੜਕਾਣੇ ਦੀ ਮੰਡੀ ਦੇ ਨੇੜੇ ਪਹੁੰਚੇ ਹਨ। ਤਾਹੇ ਬਿਲੋਕਤ ਸ੍ਰੀ ਕਮਲਾਨਨ, ਉੱਥੇ ਅੱਜ ਕੱਲ ਸਤਿਗੁਰਾਂ ਦੀ ਯਾਦ ਵਿੱਚ ਸਥਾਨ ਹੈ ਗੁਰਦੁਆਰਾ ਸੱਚਾ ਸੌਦਾ ਖਰਾ ਸੌਦਾ, ਜਿੱਥੇ ਸਾਹਿਬ ਨੇ ਕੀਤਾ ਹੈ। ਉਹ ਜੰਗਲ ਸੀ ਖਾਲਸਾ ਜੀ ਉਹਨਾਂ ਦਿਨਾਂ ਵਿੱਚ। ਚੂੜਕਾਣੇ ਦੇ ਨੇੜੇ ਇਹ ਜੰਗਲ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚਲਦੇ ਚਲਦੇ ਉਸ ਬਨ ਦੇ ਕੋਲ, ਜੰਗਲ ਦੇ ਕੋਲ ਆਏ ਤੇ ਖਲੋ ਗਏ। ਸੁੰਦਰ ਆਸ਼ਰਮ ਏਕ ਨਿਹਾਰੀ, ਕੀ ਵੇਖਦੇ ਨੇ? ਜੰਗਲ ਵਿੱਚ ਇੱਕ ਆਸ਼ਰਮ ਹੈ ਮਹਾਂਪੁਰਸ਼ਾਂ ਦਾ, ਸਾਧੂਆਂ ਦਾ, ਸੰਤਾਂ ਦਾ ਇੱਕ ਡੇਰਾ ਹੈ, ਆਸ਼ਰਮ ਬਣਿਆ ਹੋਇਆ ਹੈ। ਜਹ ਤਪੀਸ ਤਪ ਤਪ ਹੈ ਭਾਰੀ, ਜਿੱਥੇ ਬਹੁਤ ਸਾਰੇ ਤਪਸਵੀ ਰਿਸ਼ੀ ਮੁਨੀ ਤਪ ਕਰ ਰਹੇ ਨੇ। ਸਤਿਗੁਰੂ ਜੀ ਜਦੋਂ ਚੂੜਕਾਣੇ ਤੋਂ ਥੋੜਾ ਜਿਹਾ ਅੱਗੇ ਵਧੇ ਨੇ ਨਾ, ਤੋ ਗਰੀਬ ਨਵਾਜ ਪਾਤਸ਼ਾਹ ਨੇ ਬਨ ਹੈ, ਇੱਕ ਜੰਗਲ ਹੈ ਦੂਰ ਦੂਰ ਤੱਕ, ਉਹਦੇ ਵਿੱਚ ਇੱਕ ਆਸ਼ਰਮ ਡਿੱਠਾ ਹੈ। ਉਸ ਆਸ਼ਰਮ ਵਿੱਚ ਬਹੁਤ ਸਾਰੇ ਤਪਸਵੀ, ਸਾਧਨਾ ਕਰਨ ਵਾਲੇ ਸਾਧੂ, ਮਹਾਤਮਾ ਬੈਠੇ ਹਨ। ਕਹੇ ਆਸਨ ਕੇ ਊਰਦ ਬਾਹੂ, ਉਹਨਾਂ ਵਿੱਚ ਜਿਹੜੇ ਤਪਸਵੀ ਨੇ ਉਹ ਤਪ ਕਰ ਰਹੇ ਨੇ। ਕਈ ਤਾਂ ਚੌਂਕੜਾ ਮਾਰ ਕੇ ਸਿੱਧੇ ਬੈਠੇ ਨੇ, ਕਈਆਂ ਨੇ ਬਾਹਾਂ ਉਤਾਂਹ ਨੂੰ ਕੀਤੀਆਂ ਹੋਈਆਂ ਨੇ, ਔਰ ਬਾਹਾਂ ਉਤਾਂਹ ਨੂੰ ਕਰਕੇ ਹੱਥ ਜੋੜੇ ਹੋਏ ਨੇ, ਸਿੱਧੇ ਬੈਠੇ ਨੇ ਤੇ ਇਸ ਆਸਣ ਦੇ ਵਿੱਚ ਤਪ ਕਰ ਰਹੇ ਨੇ। ਬਿਟਪਨ ਲਟਕਤ ਕੋ ਉਲਟਾਹੂ, ਕਈ ਸਾਧੂ ਜਿਹੜੇ ਨੇ ਉਹ ਦਰਖਤਾਂ ਦੇ ਨਾਲ ਪੁੱਠੇ ਲਟਕੇ ਹੋਏ ਨੇ, ਔਰ ਪੁੱਠੇ ਲਟਕ ਕੇ ਤਪ ਦੀ ਸਾਧਨਾ ਕਰ ਰਹੇ ਹਨ। ਏਕ ਚਰਨ ਪਰ ਕੋ ਇੱਕ ਠਾਂਡੇ, ਕਈ ਤਪਸਵੀ ਇੱਕ ਪੈਰ ਦੇ ਉੱਤੇ ਖੜੇ ਨੇ, ਇੱਕ ਪੈਰ ਚੁੱਕ ਕੇ ਆਪਣੇ ਗੋਡੇ ਦੇ ਨਾਲ ਲਾਇਆ ਹੋਇਆ ਉੱਪਰ, ਇੱਕ ਪੈਰ ਤੇ ਖੜੇ ਨੇ ਤੇ ਹੱਥ ਜੋੜ ਕੇ ਨੇਤਰ ਬੰਦ ਕਰਕੇ ਤਪ ਕਰ ਰਹੇ ਹਨ। ਸੁਖ ਪਰਲੋਕ ਜਿਨਹਿ ਰੁਚ ਬਾਡੇ, ਚੰਗੇ ਸਾਧਕ ਤਪਸਵੀ ਨੇ ਜਿਨ੍ਹਾਂ ਦੇ ਮਨ ਵਿੱਚ ਪਰਲੋਕ ਦੇ ਸੁੱਖ ਦੀ ਕਾਂਖਾ ਹੈ ਕਿ ਸਾਡਾ ਜਿਹੜਾ ਪਰਲੋਕ ਹੈ ਉਹ ਸੁਖੀ ਹੋ ਜਾਏ, ਉਹਦੇ ਵਾਸਤੇ ਇਹੋ ਜੀ ਕਰੜੀ ਤਪੱਸਿਆ ਕਰ ਰਹੇ ਹਨ। ਕਾਹੂ ਸਿਧਾਸਨ ਕੋ ਪਦਮਾਸਨ, ਕਈ ਸਿੱਧ ਆਸਣ ਤੇ ਬੈਠੇ ਹੋਏ ਨੇ, ਕਈ ਪਦਮਾਸਣ ਲਾ ਕੇ ਬੈਠੇ ਹੋਏ ਹਨ।
ਬਾਰ ਪਾਨ ਕੋ ਰਹਿਤ ਬਿਨਾਸਨ। ਤੇ ਕਈ ਕੇਵਲ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰਦੇ ਨੇ, ਭੋਜਨ ਨਹੀਂ ਛਕਦੇ। ਕੇਵਲ ਪਾਣੀ ਪੀ ਕੇ ਪਾਣੀ ਦੇ ਆਸਰੀ ਰਹਿ ਰਹੇ ਨੇ। ਇਹਨਾਂ ਵਿੱਚੋਂ ਕਈ ਤਪਸਵੀ ਬਿਨਾਂ ਭੋਜਨ ਤੋਂ ਪਵਨ ਆਹਾਰੀ ਹੋ ਕੇ ਵੀ ਸਮਾਂ ਬਤੀਤ ਕਰ ਰਹੇ ਨੇ। ਸਵੇਤ ਰੰਗ ਲਾਗੀ ਪਸਮੰਗਾ। ਇਹਨਾਂ ਵਿੱਚੋਂ ਕਈ ਤਪਸਵੀਆਂ ਨੇ ਆਪਣੇ ਸਰੀਰ ਦੇ ਉੱਤੇ ਚਿੱਟੇ ਰੰਗ ਦੀ ਸਵਾਹ ਮਲੀ ਹੋਈ ਹੈ। ਭਸਮ ਤੇ ਵਿਭੂਤੀ ਕਈ ਤਪਸਵੀਆਂ ਨੇ ਆਪਣੇ ਸਰੀਰ ਉੱਤੇ ਲਾਈ ਹੋਈ ਹੈ। ਜਟਾ ਸੀਸ ਜਿਨ ਧੂਸਰ ਰੰਗਾ। ਕਈਆਂ ਦੇ ਸਿਰਾਂ ਉੱਤੇ ਕੇਸਾਂ ਦੀਆਂ ਜਟਾਵਾਂ ਦੇ ਵੱਡੇ ਵੱਡੇ ਜੂੜੇ ਨੇ। ਕੇਸਾ ਧਾਰੀ ਨੇ ਸਾਰੇ ਤਪਸਵੀ, ਦਾੜੇ ਵੀ ਨੇ ਤੇ ਸਿਰ ਦੇ ਉੱਤੇ ਜਟਾਵਾਂ ਹਨ। ਸਰੀਰ ਦੇ ਉੱਤੇ ਧੂਸਰ ਅੰਗ ਹੈ, ਯਾਨੀ ਕਿ ਸਵਾਦਕ ਭਸਮ ਆਦਿਕ ਸਰੀਰ ਦੇ ਉੱਤੇ ਮਲੀ ਹੋਈ ਹੈ। ਕਿਨ ਬਲ ਕਲ ਲੈ ਕੋ ਅੰਗ ਨੰਗਾ। ਕਈਆਂ ਨੇ ਸਰੀਰ ਦੇ ਉੱਤੇ ਇੱਕ ਬਲਕਲ ਪੌਦਾ ਹੁੰਦਾ, ਉਹਦੇ ਪੱਤੇ ਆਪਣੇ ਸਰੀਰ ਤੇ ਲਾਏ ਹੋਏ ਨੇ। ਉਹਦੀਆਂ ਹੀ ਧੋਤੀਆਂ ਕੁਪੀਨਾਂ ਬਣਾਈਆਂ ਹੋਈਆਂ ਨੇ। ਉੱਪਰਲੇ ਜਿਹੜੇ ਧੜ ਨੇ ਸਰੀਰ ਦੇ ਉਹ ਨਗਨ ਹਨ। ਅਗਨ ਊਸਨ ਸੋ ਕੋਈ ਉਮੰਗਾ। ਕਈ ਅੱਗ ਦੀਆਂ ਧੂਣੀਆਂ ਤਾ ਕੇ ਚਾਰੇ ਪਾਸੇ ਵਿੱਚ ਬੈਠੇ ਹਨ। ਅੱਗ ਦੀਆਂ 12 ਧੂਣੀਆਂ ਚਾਰੇ ਪਾਸੇ ਤਪਾ ਕੇ ਵਿੱਚ ਬੈਠੇ ਤਪ ਕਰ ਰਹੇ ਨੇ। ਕੋ ਬੈਠੈ ਜਲ ਕੰਠ ਪਰਮਾਨਾ। ਨੇੜੇ ਹੀ ਇੱਕ ਤਲਾਬ ਸੀ ਪਾਣੀ ਦਾ, ਕਈ ਉਹਦੇ ਵਿੱਚ ਬੈਠੇ ਹੋਏ ਨੇ ਗਲ ਤਾਈਂ ਪਾਣੀ ਵਿੱਚ। ਕੇਵਲ ਸਿਰ ਉੱਪਰ ਹੈ, ਗਲੇ ਤੱਕ ਪਾਣੀ ਹੈ, ਉਹਦੇ ਵਿੱਚ ਖਲੋਤੇ ਹੋਏ ਨੇ, ਕਈ ਬੈਠੇ ਹੋਏ ਨੇ। ਸਿਮਰ ਇਕਾਕੀ ਕੋ ਭਗਵਾਨਾ। ਔਰ ਇਕਾਂਤ ਵਿੱਚ ਬੈਠੇ ਕਈ ਭਗਵਾਨ ਦਾ ਜਾਪ ਜਪ ਰਹੇ ਨੇ। ਕਈ ਇੱਕ ਪਾਸੇ ਜੇ ਹੋ ਕੇ ਨਾ ਇਕਾਂਤ ਵਿੱਚ ਸਾਰੇ ਸਾਧੂਆਂ ਤੋਂ ਇਕੱਲੇ ਬੈਠੇ ਪਰਮੇਸ਼ਰ ਦਾ ਚਿੰਤਨ ਕਰ ਰਹੇ ਨੇ, ਅਕਾਲ ਪੁਰਖ ਦੀ ਬੰਦਗੀ ਕਰ ਰਹੇ ਹਨ। ਕੋ ਠਾਂਡੋ ਦਿਨ ਰੈਨ ਬਿਤਾਵੈ। ਕਈ ਰਾਤ ਦਿਨ ਖਲੋਤੇ ਹੀ ਰਹਿੰਦੇ ਹਨ ਔਰ ਖਲੋ ਕੇ ਹੀ ਆਪਣਾ ਸਮਾਂ ਬਤੀਤ ਕਰਦੇ ਨੇ, ਬਹਿੰਦੇ ਨਹੀਂ ਹਨ। ਕੋ ਰਾਤ ਦਿਨ ਖੜੋ ਕੇ ਹੀ ਤਪ ਦੀ ਸਾਧਨਾ ਕਰਦੇ ਹਨ। ਕੋ ਮੋਨੀ ਨਹਿ ਬਚਨ ਅਲਾਵੈ। ਕਈ ਬਿਲਕੁਲ ਚੁੱਪ ਹੋ ਰਹੇ ਨੇ, ਮੁਖੋਂ ਕੁਝ ਨਹੀਂ ਬੋਲਦੇ। ਕੋ ਨਿਜ ਬ੍ਰਿਤ ਨਿਰੋਤਨ ਕਰਹੀ। ਕਈ ਆਪਣੀਆਂ ਬਿਰਤੀਆਂ ਦਾ ਨਿਰੋਧ ਕਰ ਰਹੇ ਨੇ। ਨਿਰੋਧ ਕਹਿੰਦੇ ਨੇ ਰੋਕਣ ਨੂੰ। ਆਪਣੀਆਂ ਜਿਹੜੀਆਂ ਮਨ ਬਿਰਤੀਆਂ ਨੇ, ਆਪਣੀਆਂ ਮਨੋ ਬਿਰਤੀਆਂ ਨੂੰ ਰੋਕਣ ਦੀ ਸਾਧਨਾ ਕਰਦੇ ਹਨ। ਮਨ ਬਿਰਤੀਆਂ ਦੇ ਉੱਤੇ ਕੰਟਰੋਲ ਕਰਦੇ ਹਨ। ਸੁਖ ਜੋ ਸੁਰਗ ਤ੍ਰਿਨ ਸਮ ਪਰ ਹਰਹੀ। ਸੰਸਾਰ ਦੇ ਜਿਹੜੇ ਸੁੱਖ ਨੇ ਇੱਕ ਘਾਹ ਦੇ ਕਿਣਕੇ ਵਾਂਗੂ ਇਹਨਾਂ ਨੇ ਤਿਆਗੇ ਹੋਏ ਨੇ। ਸੰਸਾਰ ਦੇ ਸੁੱਖਾਂ ਦੀ ਇਹਨਾਂ ਨੂੰ ਕੋਈ ਕਾਂਖਾ ਨਹੀਂ ਹੈ, ਕਿਉਂਕਿ ਇਹਨਾਂ ਨੇ ਸੰਸਾਰ ਦੇ ਸੁੱਖਾਂ ਨੂੰ ਨਸ਼ਵਰ ਜਾਣਿਆ ਹੈ ਕਿ ਸੰਸਾਰ ਦੇ ਸੁੱਖ ਨਾਸ਼ਵਾਨ ਨੇ। ਬਿਨਸ ਜਾਣ ਵਾਲੇ ਨੇ, ਇਹਨਾਂ ਦੀ ਕੀ ਕਾਂਖਾ ਕਰਨੀ ਹੋਈ। ਇਸ ਕਰਕੇ ਸੰਸਾਰ ਦੇ ਸੁੱਖਾਂ ਦੀ ਕੋਈ ਕਾਂਖਾ ਕਾਮਨਾ ਨਹੀਂ ਇਹਨਾਂ ਅੰਦਰ, ਨਸ਼ਵਰ ਜਾਣਦਿਆਂ ਹੋਇਆਂ ਤਿਆਗ ਕੇ ਬੈਠੇ ਹਨ। ਕੋ ਮਿਲ ਕਰ ਹਰ ਕਥਾ ਰਸਾਲਾ। ਇਹਨਾਂ ਵਿੱਚੋਂ ਕਈ ਸਾਧੂ ਆਪਸ ਵਿੱਚ ਮਿਲ ਕੇ ਬਹਿ ਕੇ ਰੱਬ ਦੀ ਕਥਾ ਕਰ ਰਹੇ ਨੇ। ਅਕਾਲ ਪੁਰਖ ਦੀ ਜਿਹੜੀ ਰਸ ਭਰੀ ਕਥਾ ਹੈ ਉਹ ਕਥਾ ਕਥਨ ਕਰਦੇ ਨੇ। ਇੱਕ ਬਹਿ ਕੇ ਸੁਣ ਰਹੇ ਨੇ, ਇੱਕ ਕਥਨ ਕਰ ਰਹੇ ਨੇ। ਪੜ੍ਹੈ ਸੁਨਹਿ ਧਰ ਪ੍ਰੇਮ ਵਿਸਾਲਾ। ਔਰ ਪ੍ਰੇਮ ਨਾਲ ਕਈ ਧਰਮ ਗ੍ਰੰਥਾਂ ਦਾ ਪਾਠ ਕਰ ਰਹੇ ਨੇ। ਕਈਆਂ ਦੇ ਹੱਥਾਂ ਵਿੱਚ ਪੋਥੀਆਂ ਨੇ ਧਰਮ ਗ੍ਰੰਥਾਂ ਦੀਆਂ, ਔਰ ਉਹਦਾ ਪਾਠ ਕਰਦੇ ਨੇ ਪ੍ਰੇਮ ਨਾਲ। ਲਾਗੇ ਬਹਿ ਕੇ ਕਈ ਸੁਣ ਰਹੇ ਨੇ, ਸਰਵਣ ਕਰ ਰਹੇ ਨੇ। ਸਭ ਕੋ ਇੱਕ ਮਹੰਤ ਸੋ ਕੈਸਾ। ਇਹਨਾਂ ਸਾਰੇ ਸਾਧੂਆਂ ਦਾ ਇੱਕ ਮਹੰਤ ਵੀ ਬੈਠਾ ਉਹਨਾਂ ਵਿੱਚ। ਉਹ ਕਿਹੋ ਜਿਹਾ, ਉਹਦੇ ਬਾਰੇ ਵੀ ਸੁਣੋ। ਮਨਹੁ ਸਰੀਰ ਧਾਰ ਤਪ ਬੈਸਾ। ਕਹਿੰਦੇ ਉਹ ਸਭ ਤੋਂ ਸ੍ਰੇਸ਼ਟ ਹੈ ਮਹਾਂਪੁਰਸ਼, ਜਿਹੜਾ ਨਾ ਸਾਰਿਆਂ ਦਾ ਮਹੰਤ ਹੈ ਨਾ, ਸਾਧੂਆਂ ਦਾ ਜਿਹੜਾ ਗੁਰੂ ਸੀ, ਉਹਦਾ ਨਾਮ ਸੀ ਸੰਤ ਰੇਣ। ਉਹ ਮਾਨੋ ਜਿਵੇਂ ਤਾਪੀ ਸਰੀਰ ਧਾਰਨ ਕਰਕੇ ਬੈਠਾ ਹੋਇਆ, ਬੜਾ ਤਪਸਵੀ ਸੀ, ਬੜੀ ਉੱਚ ਕੋਟੀ ਦਾ ਸਾਧਕ ਸੀ, ਜਿਹੜਾ ਨਾ ਸਾਰੇ ਰਿਸ਼ੀਆਂ ਤਪਸਵੀਆਂ ਦਾ ਮਹੰਤ ਹੈ। ਤਰੋਤਿਕ ਕੀ ਕਟਕੀਨ ਕੁਪੀਨਾ। ਉਹਨੇ ਇੱਕ ਦਰਖਤ ਦੇ ਪੱਤੇ ਦੀ ਕੁਪੀਨ ਹੁੰਦੀ ਹੈ, ਉਹ ਕੁਪੀਨ ਆਪਣੇ ਤੇੜ ਧਾਰਨ ਕੀਤੀ, ਲੰਗੋਟ ਧਾਰਨ ਕੀਤਾ ਹੋਇਆ।
ਮ੍ਰਿਗ ਛਾਲਾ ਪਰ ਆਸਨ ਕੀਨਾ। ਉਹਦੇ ਥੱਲੇ ਇੱਕ ਹਿਰਨ ਦੀ ਖੱਲ ਦੀ ਆਸਣ ਬਣਿਆ ਹੋਇਆ। ਹਿਰਨ ਦੀ ਖੱਲ ਹੈ, ਉਹਦੇ ਉੱਤੇ ਉਹ ਬੈਠਾ ਹੋਇਆ, ਉਹਨੇ ਥੱਲੇ ਆਪਣੇ ਆਸਣ ਵਿਛਾਇਆ ਹੋਇਆ ਹੈ। ਭਾਰੀ ਜਟਾ ਮੁਕਟ ਜਹ ਸੀਸਾ। ਉਹਦੇ ਸਿਰ ਤੇ ਵੱਡੀਆਂ ਵੱਡੀਆਂ ਜਟਾਵਾਂ ਨੇ। ਉਹ ਜਟਾਵਾਂ ਦਾ ਮੁਕਟ ਹੀ ਉਹਨੇ ਮਾਨੋ ਸਿਰ ਤੇ ਬਣਾ ਕੇ ਧਾਰਨ ਕੀਤਾ ਹੋਇਆ ਹੈ। ਬੈਠਿਓ ਹਿਰਦੈ ਭਜਤ ਜਗਦੀਸਾ। ਉਹ ਬੈਠਾ ਹੋਇਆ ਤੇ ਰੱਬ ਰੱਬ ਕਰ ਰਿਹਾ, ਨੇਤਰ ਉਹਦੇ ਬੰਦ ਨੇ, ਪਰਮੇਸ਼ਰ ਦਾ ਭਜਨ ਕਰ ਰਿਹਾ ਹੈ। ਬੈਠਾ ਅਕਾਲ ਪੁਰਖ ਜੀ ਦਾ ਚਿੰਤਨ ਕਰ ਰਿਹਾ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰ ਰਿਹਾ ਹੈ। ਤਨਹਿ ਬਿਲੋਕ ਠਾਂਡ ਹੋਏ ਰਹੇ। ਉਸ ਆਸ਼ਰਮ ਵਿੱਚ ਉਹਨਾਂ ਸਾਰੇ ਸਾਧੂਆਂ ਨੂੰ ਗੁਰੂ ਨਾਨਕ ਸਾਹਿਬ ਨੇ ਵੇਖਿਆ। ਸਾਰੇ ਸਾਧਨਾ ਕਰ ਰਹੇ ਨੇ, ਬੰਦਗੀ ਕਰ ਰਹੇ ਨੇ, ਕੋਈ ਵਿਖਾਵਾ ਨਹੀਂ ਹੈ ਉਹਨਾਂ 'ਚ ਵੀ ਲੋਕਾਂ ਨੂੰ ਵਿਖਾਉਣ ਵਾਸਤੇ ਕਰਦੇ ਹੋਣ। ਬਸ ਆਪਣੇ ਪਰਲੋਕ ਦੇ ਸੁੱਖ ਦੀ ਕਾਂਖਾ ਰੱਖ ਕੇ ਕਰ ਰਹੇ ਨੇ। ਉਹਨਾਂ ਵਿੱਚ ਚੰਗੇ ਸਾਧੂ ਵੀ ਸਨ, ਚੰਗੀ ਬੰਦਗੀ ਵਾਲੀਆਂ ਰੂਹਾਂ ਵੀ ਸਨ ਵਿੱਚ। ਸਾਰੇ ਇੱਕੋ ਜਿਹੇ ਨਹੀਂ ਹੋਇਆ ਕਰਦੇ। ਜਿਹੜੇ ਚੰਗੇ ਚੰਗੇ ਮਹਾਂਪੁਰਸ਼ ਮਹਾਤਮਾ ਵੀ ਉਹਨਾਂ ਵਿੱਚ ਬੈਠੇ ਨੇ। ਫਿਰ ਉਹਨਾਂ ਦਾ ਜਿਹੜਾ ਮਹੰਤ ਹੈ, ਉਹਦਾ ਨਾਮ ਸੰਤ ਰੇਣ ਹੈ, ਉਹ ਵੀ ਬੜਾ ਵੱਡਾ ਤਪਸਵੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਖਲੋ ਗਏ ਨੇ ਉੱਥੇ, ਭਾਈ ਬਾਲਾ ਜੀ ਨਾਲ ਨੇ, ਤੇ ਖਲੋ ਕੇ ਸਤਿਗੁਰੂ ਜੀ ਉਸ ਆਸ਼ਰਮ ਵਿੱਚ ਉਹਨਾਂ ਸਾਰੇ ਸਾਧੂਆਂ ਵੱਲ ਵੇਖ ਰਹੇ ਹਨ। ਮੁਝ ਸੋ ਆਸ ਬਚ ਕੋਮਲ ਕਹੇ। ਭਾਈ ਬਾਲਾ ਜੀ ਕਹਿੰਦੇ, ਜਦੋਂ ਉਹਨਾਂ ਸਾਧੂਆਂ ਵੱਲ ਗੁਰੂ ਨਾਨਕ ਸਾਹਿਬ ਨੇ ਵੇਖਿਆ ਤੇ ਵੇਖ ਕੇ ਮੇਰੇ ਵੱਲ ਸਤਿਗੁਰੂ ਜੀ ਬੋਲੇ, ਕਹਿਣ ਲੱਗੇ, ਬਨਜ ਭਲੋ ਹਮ ਇਨਹਿ ਇਠਹਾ ਪਾਇਓ। ਕਹਿੰਦੇ ਭਾਈ ਬਾਲਾ ਜੀ, ਬੜਾ ਕੀਮਤੀ ਵਣਜ ਸਾਨੂੰ ਇਸ ਜਗ੍ਹਾ ਤੇ ਮਿਲ ਗਿਆ। ਇਹਦੇ ਤੋਂ ਵਧੀਆ ਖਰਾ ਸੌਦਾ, ਮੁਨਾਫੇ ਵਾਲਾ ਸੌਦਾ ਸਾਨੂੰ ਕਿਤੇ ਨਹੀਂ ਲੱਭਣਾ। ਬੜਾ ਕੀਮਤੀ ਖਰਾ ਸੌਦਾ, ਸੱਚਾ ਸੌਦਾ, ਜਿਹੜਾ ਸ੍ਰੇਸ਼ਟ ਲਾਹੇ ਦਾ ਸੌਦਾ ਹੈ, ਉਹ ਸਾਨੂੰ ਇੱਥੇ ਮਿਲ ਗਿਆ, ਇੱਥੇ ਲੱਭ ਗਿਆ ਹੈ। ਯਾ ਕੋ ਤਜਨੋ ਮਨ ਨਹਿ ਭਾਇਓ। ਇਹ ਇੰਨਾ ਕੀਮਤੀ ਸੌਦਾ ਹੈ ਭਾਈ ਬਾਲਾ ਜੀ, ਮੇਰਾ ਮਨ ਨਹੀਂ ਕਰਦਾ ਕਿ ਮੈਂ ਇਸ ਸੌਦੇ ਨੂੰ ਵਿਆਜਣ ਦੀ ਬਜਾਏ ਇਹਨੂੰ ਛੱਡ ਕੇ ਚਲਾ ਜਾਵਾਂ। ਆਖੋ ਸਤਿਨਾਮ ਸ੍ਰੀ। ਇੱਥੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲੰਗਰ ਪ੍ਰਥਾ ਦਾ ਜਨਮ ਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜੀ ਲੰਗਰ ਪ੍ਰਥਾ ਇੱਥੋਂ ਚੱਲੀ ਹੈ, ਗੁਰੂ ਖਾਲਸਾ ਜੀ। ਪਾਤਸ਼ਾਹ ਕਹਿੰਦੇ, ਭਾਈ ਬਾਲਾ ਜੀ, ਇਹ ਏਡਾ ਕੀਮਤੀ ਲਾਭ ਦਾ ਸੌਦਾ ਹੈ, ਮੇਰਾ ਮਨ ਨਹੀਂ ਕਰਦਾ ਮੈਂ ਇਹਨੂੰ ਛੱਡ ਕੇ ਅੱਗੇ ਜਾਵਾਂ। ਪਾਏ ਅਮੋਲ ਜੋ ਮਗ ਮਹਿ ਹੀਰਾ। ਕਹਿੰਦੇ, ਜੇ ਰਸਤੇ ਵਿੱਚ ਟੁਰੇ ਜਾਂਦੇ ਨੂੰ ਕੋਈ ਕੀਮਤੀ ਅਮੋਲਕ ਹੀਰਾ ਮਿਲ ਜਾਏ, ਫਟਕ ਨਾ ਬਨਜਹਿ ਜੇ ਮਤ ਧੀਰਾ। ਕਹਿੰਦੇ, ਜੇ ਧੀਰਜ ਵਾਲੀ ਮਤ ਵਾਲਾ ਬੰਦਾ ਉਹਨੂੰ ਰੁਕ ਕੇ ਉਸ ਹੀਰੇ ਦਾ ਵਣਜ ਨਾ ਕਰੇ, ਖੋਜਤ ਮਦ ਪਯੂਖ ਕਰ ਆਈ। ਤੇ ਉਹ ਜਾ ਕੇ ਕੱਚ ਨੂੰ ਵਿਹਾਜੇ, ਲੋਕ ਉਹਨੂੰ ਸਿਆਣਾ ਨਹੀਂ ਕਹਿੰਦੇ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਲੱਭ ਤਾਂ ਸ਼ਹਿਤ ਰਹੇ ਸੀ, ਸ਼ਹਿਤ ਲੱਭਦਿਆਂ ਲੱਭਦਿਆਂ ਅਚਾਨਕ ਅੰਮ੍ਰਿਤ ਹੱਥ ਵਿੱਚ ਆ ਗਿਆ। ਹੁਣ ਜੇ ਅੰਮ੍ਰਿਤ ਹੱਥ ਵਿੱਚ ਆ ਜੇ ਤੇ ਫਿਰ ਉਹਨੂੰ ਛੱਡਣਾ ਤੇ ਨਹੀਂ ਚਾਹੀਦਾ ਨਾ ਭਾਈ ਬਾਲਾ ਜੀ। ਵੀ ਸ਼ਹਿਤ ਲੱਭਦਿਆਂ ਲੱਭਦਿਆਂ ਅਚਾਨਕ ਹੱਥ ਵਿੱਚ ਅੰਮ੍ਰਿਤ ਲੱਗ ਗਿਆ। ਜੋ ਜਨ ਹੈ ਨਿਜ ਭਾਗ ਭਲਾਈ। ਜਿਹਦੇ ਵੱਡੇ ਭਾਗ ਹੁੰਦੇ ਆ, ਭਲੇ ਭਾਗ ਹੁੰਦੇ ਹਨ, ਉਹ ਇਹੋ ਜਿਹੇ ਕੀਮਤੀ ਅੰਮ੍ਰਿਤ ਨੂੰ, ਐਸੇ ਕੀਮਤੀ ਅੰਮ੍ਰਿਤ ਨੂੰ ਨਹੀਂ ਤਿਆਗਦੇ। ਬਾਹਰ ਪਿਤਾ ਕੀ ਆਗਿਆ ਜੋ। ਨਾਲੇ ਭਾਈ ਬਾਲਾ ਜੀ, ਪਿਤਾ ਜੀ ਦਾ ਵੀ ਹੁਕਮ ਹੈ। ਆਪਾਂ ਨੂੰ ਟੁਰਨ ਲੱਗਿਆਂ ਪਿਤਾ ਜੀ ਨੇ ਸਾਨੂੰ ਇਹ ਆਗਿਆ ਕਰਕੇ ਭੇਜਿਆ ਹੈ, ਭਲੋ ਬਨੰਜ ਕਰਨੇ ਕੀ ਸੋ। ਕਿ ਸਾਨੂੰ ਉਹਨਾਂ ਨੇ ਕਹਿ ਕੇ ਟੋਰਿਆ ਕਿ ਜਿਹੜਾ ਸਭ ਤੋਂ ਚੰਗਾ ਵਧੀਆ ਵਪਾਰ ਹੋਵੇ, ਵਣਜ ਹੋਵੇ, ਉਹ ਵਣਜ ਕਰਿਓ, ਉਹ ਸੌਦਾ ਵਿਹਾਜਿਓ ਜਿਹਦੇ ਵਿੱਚ ਮੁਨਾਫਾ ਹੀ ਮੁਨਾਫਾ ਹੋਵੇ। ਤੇ ਭਾਈ ਬਾਲਾ ਜੀ, ਇਹ ਗੱਲ ਤਾਂ ਪਿਤਾ ਜੀ ਨੇ ਆਪਾਂ ਨੂੰ ਕਹਿ ਕੇ ਟੋਰਿਆ ਹੈ। ਜਾਂ ਤੇ ਬਨੰਜ ਲਾਭ ਦਾ ਔਰਨ। ਇਹੋ ਜੇ ਲਾਭ ਵਾਲਾ ਸੌਦਾ ਸਾਨੂੰ ਕਿਤੇ ਹੋਰ ਨਹੀਂ ਜੇ ਲੱਭਣਾ ਭਾਈ ਬਾਲਾ ਜੀ, ਭਾਵੇਂ ਆਪਾਂ ਸਾਰੀ ਧਰਤੀ ਲੱਭ ਲਈਏ, ਵੇਖ ਲਈਏ,
ਇਹੋ ਜਿਹਾ ਲਾਭ ਵਾਲਾ ਸੌਦਾ, ਖਰਾ ਸੌਦਾ ਸਾਨੂੰ ਕਿਤੇ ਹੋਰ ਨਹੀਂ ਮਿਲਣਾ। ਫਿਰ ਦੇਖੋ ਜੇ ਸਭ ਹੀ ਠੌਰਨ, ਭਾਵੇਂ ਸਾਰੀਆਂ ਥਾਵਾਂ ਨਗਰਾਂ ਵਿੱਚ ਆਪਾਂ ਫਿਰ ਕੇ ਵੇਖ ਲਈਏ, ਇਹੋ ਜਿਹਾ ਕੀਮਤੀ ਸੌਦਾ ਨਹੀਂ ਜੇ ਮਿਲਣਾ। ਇਹ ਰਜਤ ਪਨ ਇਨਹਿ ਚੜਾਵ ਹੈ। ਕਿਉਂ ਨਾ ਭਾਈ ਬਾਲਾ ਜੀ, ਜਿਹੜੇ ਤੁਹਾਡੇ ਕੋਲ 20 ਰੁਪਏ ਨੇ ਪਿਤਾ ਜੀ ਨੇ ਦਿੱਤੇ ਨੇ, ਆਪਾਂ ਇਹਨਾਂ ਮਹਾਂਪੁਰਸ਼ਾਂ ਸਾਧੂਆਂ ਨੂੰ ਚੜਾਵਾ ਚੜਾ ਦਈਏ, ਇਹਨਾਂ ਨੂੰ ਭੇਟ ਕਰ ਦਈਏ। ਅਸਨ ਬਸਨ ਤੇ ਲੈ ਸੁਖ ਪਾਵ ਹੈ। ਇਹ ਉਹਨਾਂ 20 ਰੁਪਇਆਂ ਦਾ ਲੰਗਰ ਛਕ ਲੈਣਗੇ, ਭੋਜਨ ਮੰਗਾ ਲੈਣਗੇ, ਜਾਂ ਤਨ ਤੇ ਪਹਿਨਣ ਨੂੰ ਕੋਈ ਲੋੜ ਦਾ ਕੱਪੜਾ ਹੋਵੇਗਾ ਮੰਗਾ ਲੈਣਗੇ, ਸਰਦੀ ਦਾ ਮੌਸਮ ਹੈ। ਅਸ ਸੁਨ ਕਰ ਬਚ ਬੇਦੀ ਬਰਕੇ। ਭਾਈ ਬਾਲਾ ਜੀ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੋ ਬੇਦੀਆਂ ਦੀ ਕੁਲ ਦੇ ਸ੍ਰੇਸ਼ਟ ਨੇ, ਉਹਨਾਂ ਦੇ ਬਚਨ ਜਦੋਂ ਭਾਈ ਬਾਲਾ ਜੀ ਨੇ ਸੁਣੇ, ਮੈਂ ਬੋਲਿਓ ਕਾਲੂ ਦਿਸ ਡਰ ਕੇ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ, ਮਹਾਰਾਜ ਜੀ ਮੈਂ ਪਟਵਾਰੀ ਦਾ ਡਰ ਰੱਖ ਕੇ ਨਾ ਮਨ ਚ, ਮੈਨੂੰ ਪਤਾ ਸੀ ਕਿ ਪਿਤਾ ਮਹਿਤਾ ਕਾਲੂ ਜੀ ਦਾ ਬੜਾ ਗੁੱਸੇ ਵਾਲਾ ਸੁਭਾਅ ਹੈ। ਕਹਿੰਦੇ ਮੈਂ ਪਿਤਾ ਜੀ ਵੱਲੋਂ ਡਰ ਕੇ ਬੋਲਿਆ। ਬਨ ਕਨ ਜਿਉ ਬਨ ਜਨ ਧਨ ਹੇਤੂ। ਕਹਿਣ ਲੱਗੇ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਇਹ ਜਿਹੜੇ 20 ਰੁਪਏ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦਿੱਤੇ ਨੇ, ਬਾਣੀਆਂ ਵਾਂਗੂ ਵਪਾਰ ਕਰਨ ਲਈ ਭੇਜਿਆ ਉਹਨਾਂ ਨੇ ਪੈਸੇ ਦੇ ਕੇ। ਉਹ ਕਹਿੰਦੇ ਆ ਵੀ ਬਣੀਆਂ ਵਾਂਗੂ ਵਪਾਰ ਕਰਨਾ, ਬਾਣੀਆਂ ਵਾਂਗੂ। ਤੁਮ ਕੋ ਭੇਜਿਓ ਕਿਰਪਾ ਨਕੇਤੂ। ਇਹ ਕਿਰਪਾ ਨਕੇਤ ਸਤਿਗੁਰੂ ਜੀ, ਤੁਹਾਨੂੰ ਬਾਣੀਆਂ ਵਾਂਗੂ ਵਪਾਰ ਕਰਨ ਭੇਜਿਆ ਪਿਤਾ ਜੀ ਨੇ। ਪੁਨ ਤੁਮ ਜਨ ਕਹਿ ਕਠਨ ਸੁਭਾਉ। ਤੇ ਤੁਸੀਂ ਇੱਥੇ ਦਾਨ ਕਰਨਾ ਚਾਹੁੰਦੇ ਹੋ, ਵੇਖ ਲਓ ਤੁਹਾਡੇ ਪਿਤਾ ਜੀ ਦਾ ਸੁਭਾਅ ਬੜਾ ਕਰੜਾ ਹੈ, ਉਹ ਬੜੇ ਕਠੋਰ ਸੁਭਾਅ ਵਾਲੇ ਹਨ। ਗੁਨਹੁ ਆਪ ਮੁਝ ਦੋਸ ਨਾ ਕਾਊ। ਤੁਸੀਂ ਆਪ ਜ਼ਿੰਮੇਵਾਰ ਹੋਵੋਗੇ, ਕੱਲ ਨੂੰ ਪਿਤਾ ਜੀ ਆਖਣ ਕਿ 20 ਰੁਪਏ ਬਾਲਿਆ ਮੈਂ ਤੈਨੂੰ ਦਿੱਤੇ ਸੀ, ਮੇਰਾ ਕੀ, ਮੈਂ ਤਾਂ ਰੱਖਣ ਵਾਲਾ ਸੀ, ਤੁਸੀਂ ਤੁਹਾਡੇ ਸੀ, ਤੁਹਾਡੇ ਪਿਤਾ ਜੀ ਨੇ ਦਿੱਤੇ, ਤੁਸੀਂ ਮੰਗ ਲਏ ਤੇ ਮੈਂ ਤਾਂ ਦੇ ਦੇਣੇ। ਪਰ ਜਿਹੜੀ ਜਵਾਬਦੇਹੀ ਹੈ ਨਾ ਸਤਿਗੁਰੂ ਜੀ, ਉਹ ਤੁਹਾਡੀ ਹੋਣੀ ਆ, ਮੇਰੀ ਨਹੀਂ ਹੋਣੀ। ਮੈਂ ਨਹੀਂ ਪਟਵਾਰੀ ਜੀ ਦੇ ਸਾਹਮਣੇ ਜਾ ਕੇ ਫਿਰ ਇਹ ਗੱਲ ਦੱਸਣੀ ਵੀ ਮੇਰੀ ਜ਼ਿੰਮੇਵਾਰੀ ਹੈ। ਪਿਤਾ ਪੁੱਤਰ ਕਰ ਲਿਓ ਨਬੇਰੋ। ਜੇ ਕੱਲ ਨੂੰ ਕੋਈ ਗੱਲ ਹੋਈ ਤੇ ਤੁਸੀਂ ਪਿਓ ਪੁੱਤਰ ਨੇ ਆਪ ਨਿਬੇੜਨੀ ਹੈ, ਕਿਤੇ ਮੁੜ ਕੇ ਤੁਸੀਂ ਦਾਨ ਤੁਸੀਂ ਕਰੋ ਤੇ ਪਿਤਾ ਦੀਆਂ ਝਿੜਕਾਂ ਮੈਂ ਨਹੀਂ ਖਾਣੀਆਂ ਤੁਹਾਡੀ ਜਗ੍ਹਾ ਤੇ ਜਾ ਕੇ। ਮੈਂ ਨਹੀਂ, ਉਹਨਾਂ ਦਾ ਸੁਭਾਅ ਮੈਂ ਜਾਣਦਾ, ਉਹ ਬੜੇ ਗੁੱਸੇ ਵਾਲੇ ਨੇ। ਜੇ ਕੱਲ ਨੂੰ ਕੋਈ ਗੱਲ ਹੋਈ ਤੇ ਤੁਸੀਂ ਪਿਓ ਪੁੱਤ ਨੇ ਆਪ ਨਿਬੇੜਨੀ ਹੈ। ਮੈਂ ਹੋਂ ਦਾਸ ਨਾ ਕਰਹਿ ਸੋਚੇਰੋ। ਮੈਂ ਤਾਂ ਦਾਸ ਆ ਤੁਹਾਡੇ ਘਰ ਦਾ, ਮੈਂ ਨਹੀਂ ਜੇ ਕੋਈ ਝੇੜਾ ਕਰਨਾ ਜਾਂ ਮੈਂ ਜਾ ਕੇ ਕਿਸੇ ਪ੍ਰਕਾਰ ਦਾ ਕੋਈ ਜਵਾਬ ਦੇਣਾ। ਜਿਉ ਮਨ ਆਏ ਕਰਹੁ ਤਿਉ ਕਾਰਾ। ਮਹਾਰਾਜ ਜੀ, ਤੁਹਾਡੇ ਪੈਸੇ, ਤੁਹਾਡੀ ਰਕਮ, ਤੁਹਾਡੇ ਮਨ 'ਚ ਜੋ ਆਵੇ ਤੁਸੀਂ ਕਰੋ। ਮੈਂ ਤਾਂ ਫੜੇ ਨੇ ਮਹਾਰਾਜ, ਮਾਲਕ ਤਾਂ ਤੁਸੀਂ ਹੋ ਨਾ। ਤੁਸੀਂ ਇਹਨਾਂ ਨੂੰ ਖੂਹ 'ਚ ਸੁੱਟੋ, ਤੁਸੀਂ ਇਹਦੇ ਨਾਲ ਵਪਾਰ ਕਰੋ, ਤੁਸੀਂ ਇਹ ਕਿਸੇ ਨੂੰ ਦਾਨ ਦਿਓ, ਮੇਰਾ ਕੀ ਹੈ ਮਹਾਰਾਜ। ਤੁਹਾਡੀ ਰਕਮ, ਤੁਹਾਡੇ ਪੈਸੇ ਨੇ, ਜਿਵੇਂ ਤੁਹਾਡਾ ਮਨ ਕਰੇ ਤਿਵੇਂ ਕਰੋ। ਹੋ ਤੋ ਨਿਤ ਰਾਵਰ ਅਨੁਸਾਰਾ। ਸਤਿਗੁਰੂ ਜੀ, ਮੈਂ ਤਾਂ ਹਮੇਸ਼ਾ ਤੁਹਾਡੇ ਅਨੁਸਾਰ ਹੀ ਹਾਂ ਮੇਰੇ ਸਾਹਿਬ। ਤੁਸੀਂ ਜਿਵੇਂ ਕਹਿਣਾ ਮੈਂ ਤਾਂ ਉਸੇ ਤਰ੍ਹਾਂ ਕਰ ਦੇਣਾ। ਮਹਾਰਾਜ, ਮੈਂ ਤਾਂ ਹਮੇਸ਼ਾ ਤੁਹਾਡੇ ਅਨੁਸਾਰ ਹੀ ਹਾਂ, ਤੁਹਾਡੇ ਅਧੀਨ ਹਾਂ। ਖੇਲਤ ਜਬੈ ਬਾਲਕਨ ਮਾਹੀ। ਮਹਾਰਾਜ, ਜਦੋਂ ਬਾਲਕਾਂ ਵਿੱਚ ਆਪਾਂ ਇਕੱਠੇ ਖੇਡਦੇ ਸੀ, ਤਬ ਹੀ ਸੰਗ ਤਜਿਓ ਮੈਂ ਨਾਹੀ। ਮੈਂ ਤਾਂ ਉਸ ਬਚਪਨ ਦੀ ਅਵਸਥਾ ਵਿੱਚੋਂ ਤੁਹਾਡਾ ਸੰਗ ਨਹੀਂ ਛੱਡਿਆ। ਮੈਂ ਤਾਂ ਉਦੋਂ ਵੀ ਆਪ ਜੀ ਦੀ ਸੰਗਤ ਦੇ ਵਿੱਚ ਰਹਿ ਕੇ ਤੁਹਾਡੀ ਸੰਗਤ ਦਾ ਆਨੰਦ ਮਾਣਿਆ, ਤੇ ਮੈਂ ਅੱਜ ਵੀ ਤੁਹਾਡੀ ਸੰਗਤ ਦਾ ਆਨੰਦ ਮਾਣਨਾ, ਅੱਗੇ ਵੀ ਤੁਹਾਡੀ ਸੰਗਤ ਦਾ ਆਨੰਦ ਮਾਣਨਾ। ਮੇਰੇ ਤੇ ਕਿਰਪਾ ਕਰਿਓ ਕਿ ਮੈਂ ਕਦੇ ਤੁਹਾਡੀ ਸੰਗਤ ਨਾ ਤਿਆਗਾਂ। ਜਿਉਂ ਜਿਉਂ ਮੁਝ ਕੋ ਦੇਤ ਰਜਾਈ। ਜਿਵੇਂ ਜਿਵੇਂ ਤੁਸੀਂ ਮੈਨੂੰ ਪਹਿਲਾਂ ਹੁਕਮ ਕਰਦੇ ਰਹੇ ਹੋ, ਜਾਂ ਹੁਣ ਜਿਵੇਂ ਜਿਵੇਂ ਹੁਕਮ ਕਰੋਗੇ, ਤਿਉਂ ਤਿਉਂ ਕਰੋ ਸਦਾ ਸੁਖ ਪਾਈ। ਮਹਾਰਾਜ, ਮੈਂ ਤਾਂ ਸੁਖ ਪਾ ਕੇ ਸਦਾ ਉਸੇ ਤਰ੍ਹਾਂ ਹੀ ਕਰਾਂਗਾ ਜੋ ਤੁਸੀਂ ਹੁਕਮ ਫਰਮਾਓਗੇ। ਜੋ ਤੁਸੀਂ ਹੁਕਮ ਕਰੋਗੇ
ਮੈਂ ਤੁਹਾਡੇ ਹੁਕਮ ਦੀ ਪਾਲਣਾ ਤਿਵੇਂ ਤਿਵੇਂ ਕਰਾਂਗਾ। ਕਰਨੋ ਚਿੱਤ ਕਰੀਐ ਗੁਣ ਉਰਮੈ। ਇਹ ਸਾਹਿਬ ਜੀ, ਜੋ ਤੁਹਾਡੇ ਮਨ ਚ ਆਵੇ ਕਰਨੋ ਉਚਿਤ ਤੁਸੀਂ ਸਮਝਦੇ ਹੋ, ਉਹ ਆਪ ਜੀ ਕਰੋ ਮਹਾਰਾਜ। ਜੇ ਤੁਹਾਨੂੰ ਲੱਗਦਾ ਇਹ ਲਾਭ ਦਾ ਸੌਦਾ ਹੈ, ਪਿਤਾ ਜੀ ਨੇ ਕਿਹਾ ਲਾਭ ਦਾ ਸੌਦਾ ਕਰਨਾ ਤੇ ਕਰ ਲੋ ਮਹਾਰਾਜ, ਮੈਂ ਨਹੀਂ ਰੋਕਦਾ। ਤੁਸੀਂ ਮਾਲਕ ਹੋ, ਸਵਛੰਦ ਹੋ, ਤੁਸੀਂ ਕਿਸੇ ਦੇ ਅਧੀਨ ਨਹੀਂ ਹੋ, ਪਰਤੰਤਰ ਨਹੀਂ ਹੋ, ਸੁਤੰਤਰ ਹੋ। ਜੋ ਤੁਹਾਡੇ ਮਨ ਵਿੱਚ ਆਵੇ ਮਹਾਰਾਜ, ਤੁਸੀਂ ਉਹਾ ਕੁਝ ਹੀ ਕਰੋ। ਅਸ ਕਹਿ ਮੈਂ ਦੀਨੋ ਧਨ ਕਰ ਮੈਂ। ਕਹਿੰਦੇ ਇਸ ਤਰ੍ਹਾਂ ਕਹਿ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਉਹ 20 ਰੁਪਈਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੇ। ਕਰ ਮਹਿ ਲੈ ਕਾਰ ਖਿਕ ਤਬ ਹੀ। ਕਹਿੰਦੇ ਉਸੇ ਵਕਤ ਉਹ 20 ਰੁਪਈਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥਾਂ ਵਿੱਚ ਲਏ। ਗਏ ਮਹੰਤ ਸੰਤ ਜਹ ਸਭ ਹੀ। ਉਹ ਪੈਸੇ ਲੈ ਕੇ ਸਤਿਗੁਰੂ ਜੀ ਉੱਥੇ ਪਹੁੰਚੇ ਜਿੱਥੇ ਉਹਨਾਂ ਸਾਰੇ ਸਾਧੂਆਂ ਦਾ ਮਹੰਤ ਬੈਠਾ ਸੀ। ਮਹੰਤ ਸੰਤ ਰੇਣ ਬੈਠਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ, ਉਸ ਮਹੰਤ ਸੰਤ ਰੇਣ ਦੀ ਤਪੱਸਿਆ ਦਾ ਫਲ ਉਹਨੂੰ ਅੱਜ ਪ੍ਰਾਪਤ ਹੋਣ ਲੱਗਾ ਹੈ। ਅੱਜ ਉਹਦੀ ਕੀਤੀ ਹੋਈ ਤਪੱਸਿਆ ਸੰਪੂਰਨ ਹੋਣ ਲੱਗੀ ਹੈ ਕਿ ਖੁਦ ਦੇਨ ਤੇ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਮਹੰਤ ਨੂੰ ਦਰਸ਼ਨ ਦੇਣ ਲਈ ਜਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਮਹੰਤ ਵਾਲੇ ਪਾਸੇ ਨੂੰ ਵਧੇ ਹਨ। ਕਰ ਬੰਧਨ ਤਿਨ ਕੇ ਟਿਗ ਬੈਸੈ। ਜਾ ਕੇ ਸਤਿਗੁਰੂ ਜੀ ਨੇੜੇ ਹੱਥ ਜੋੜ ਕੇ ਨਮਸਕਾਰ ਕੀਤੀ, ਪ੍ਰਣਾਮ ਕੀਤੀ ਸਾਰੇ ਸਾਧੂਆਂ ਨੂੰ, ਤੇ ਕੋਲ ਜਾ ਕੇ ਉਸ ਮਹੰਤ ਜੀ ਦੇ ਬੈਠ ਗਏ। ਕੁੰਭਜ ਨਿਕਟ ਰਘੂ ਤਮ ਜੈਸੈ। ਕਹਿੰਦੇ ਜਿਵੇਂ ਤ੍ਰੇਤੇ ਯੁੱਗ ਦੇ ਵਿੱਚ ਰਿਸ਼ੀਆਂ ਮੁਨੀਆਂ ਪਾਸ ਤ੍ਰੇਤੇ ਯੁੱਗ ਦੇ ਅਵਤਾਰ ਬੈਠੇ ਸਨ, ਇਸ ਤਰ੍ਹਾਂ ਮਾਨੋ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਆ ਕੇ ਨਾ ਸਾਧੂਆਂ ਕੋਲ, ਤਪਸਵੀਆਂ ਕੋਲ, ਸੰਤ ਰੇਨ ਜੀ ਕੋਲ ਬੈਠੇ ਨੇ। ਮਿਰਦੁਲ ਮਧੁਰ ਕਰਨਾ ਸੰਗ ਸਾਨੀ। ਮਿਰਦੁਲ ਮਿੱਠੇ ਕੋਮਲ ਤੇ ਕਰੁਣਾ ਨਾਲ ਭਿੱਜੇ ਹੋਏ ਬਚਨ ਬੋਲੇ ਪਰਮ ਮਨੋਹਰ ਬਾਣੀ। ਜੋ ਮਨ ਨੂੰ ਹਰ ਲਵੇ, ਇਹੋ ਜੀ ਅੰਮ੍ਰਿਤ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ। ਨਗਨ ਅੰਗ ਦਿਨ ਰਹਿਨ ਬਿਤਾਵਹਿਤ। ਮਹਾਰਾਜ ਜੀ ਕਹਿੰਦੇ ਸੰਤ ਜੀ ਤੁਸੀਂ ਕੱਪੜਾ ਨਹੀਂ ਪਾਉਂਦੇ ਤਨ ਤੇ, ਸਰੀਰ ਤੇ ਬਸਤਰ ਨਹੀਂ ਤੁਹਾਡੇ ਜਿੰਨੇ ਸਾਧੂ ਤੁਸੀਂ ਬੈਠੇ ਹੋ, ਦਿਨ ਰਾਤ ਤੁਸੀਂ ਇਸੇ ਤਰ੍ਹਾਂ ਬਤੀਤ ਕਰਦੇ ਹੋ। ਪਹਿਰਤ ਨਹੀਂ ਕਿ ਹਾਥ ਨਾ ਆਵਤ। ਮਹਾਰਾਜ ਜੀ ਕਹਿੰਦੇ ਤੁਸੀਂ ਕੱਪੜੇ ਪਹਿਨਦੇ ਨਹੀਂ ਜਾਂ ਤੁਹਾਨੂੰ ਮਿਲਦੇ ਨਹੀਂ ਪਾਉਣ ਨੂੰ। ਸਤਿਗੁਰੂ ਜੀ ਪੁੱਛਦੇ, ਕਹਿੰਦੇ ਮਹੰਤ ਜੀ ਤੁਸੀਂ ਦਿਨ ਰਾਤ ਏਦਾਂ ਇਹ ਨਿਰਵਸਤਰ ਰਹਿੰਦੇ ਹੋ ਵੀ ਤੁਹਾਨੂੰ ਕੱਪੜੇ ਮਿਲਦੇ ਨਹੀਂ ਹਨ, ਜਾਂ ਤੁਸੀਂ ਪਹਿਨਦੇ ਨਹੀਂ ਹੋ ਵੀ ਤੁਹਾਨੂੰ ਮਿਲਦੇ ਨੇ ਤਾਂ ਨਹੀਂ ਪਹਿਨਦੇ, ਜਾਂ ਫਿਰ ਮਿਲਦੇ ਹੀ ਨਹੀਂ ਹਨ ਤਾਂ ਨਹੀਂ ਪਹਿਨਦੇ। ਇਸ ਰਿਤੂ ਮਹਿ ਤਨ ਸੀਤ ਸੰਤਾਪ ਹੈ। ਆ ਸਰਦੀ ਦਾ ਮੌਸਮ ਹੈ, ਕੱਪੜੇ ਪਾ ਕੇ ਠੰਡ ਲੱਗਦੀ ਆ ਲੋਕਾਂ ਨੂੰ, ਸਰਦੀ ਦਾ ਇਹ ਮੌਸਮ ਹੈ। ਬਾਹਰੋ ਬਰਖਾ ਉਸਨ ਤਪਾਵਤ। ਫਿਰ ਕਦੇ ਮੀਂਹ ਪੈਂਦਾ ਹੈ, ਕਦੇ ਗਰਮੀ ਪੈਂਦੀ ਹੈ। ਇਹੋ ਜਿਹੇ ਮੌਸਮ ਦੇ ਵਿੱਚ ਤਾਂ ਤਨ ਨੂੰ ਕੱਜਣ ਨੂੰ ਕੱਪੜਾ ਚਾਹੀਦਾ ਹੁੰਦਾ ਹੈ। ਅਚਬਹੋ ਆਸਨ ਕੇ ਰਹੋ ਅਨਸਨਾ। ਸੰਤ ਜੀ ਭੋਜਨ ਵੀ ਇੱਥੇ ਬੈਠੇ ਛਕਦੇ ਹੋ, ਜੰਗਲ ਵਿੱਚ ਬੈਠੇ ਹੋ ਤੁਸੀਂ, ਭੋਜਨ ਛਕਦੇ ਹੋ ਸਾਰੇ, ਜਾਂ ਫਿਰ ਭੋਜਨ ਤੋਂ ਬਿਨਾਂ ਹੀ ਰਹਿੰਦੇ ਹੋ? ਹਾਂਜੀ। ਦੇਤ ਖੇਦ ਤਨ ਜਿਉ ਬਿਨ ਬਸਨਾ। ਤੁਸੀਂ ਜਿਵੇਂ ਬਿਨਾਂ ਬਸਤਰਾਂ ਤੋਂ ਆਪਣੇ ਸਰੀਰ ਨੂੰ ਖੇਦ ਦਿੰਦੇ ਹੋ, ਤਕਲੀਫ ਦਿੰਦੇ ਹੋ। ਪ੍ਰਭਾਵਨ ਸੁੰਦਰ ਸਰਬੰਗਾ। ਔਰ ਏਡੇ ਸੋਹਣੇ ਅੰਗ ਨੇ ਤੁਹਾਡੇ ਸਰੀਰਾਂ ਦੇ, ਤੇ ਤੁਸੀਂ ਉਹਨਾਂ ਆਪਣੇ ਸਰੀਰ ਦੇ ਸੁੰਦਰ ਅੰਗਾਂ ਨੂੰ ਭਸਮ ਸੰਗ ਸੋਕੀਨ ਕੁਰੰਗਾ। ਸਵਾਹ ਦੇ ਨਾਲ ਮਲ ਕੇ ਮੈਲਾ ਕੀਤਾ ਹੋਇਆ। ਇੰਨੇ ਸੋਹਣੇ ਅੰਗ ਨੇ, ਤੁਸੀਂ ਸਵਾਹ ਨਾਲ ਮਲ ਕੇ ਉਹਨਾਂ ਨੂੰ ਭੱਦੇ ਬਣਾਇਆ ਹੋਇਆ ਹੈ। ਸੰਤ ਰੂਪ ਮਤ ਭਲੋ ਉਤੰਗਾ। ਤੁਸੀਂ ਸੰਤ ਰੂਪ ਜਾਪਦੇ ਹੋ, ਤੁਹਾਡਾ ਮਤ ਉੱਚਾ ਹੈ। ਉੱਤਰ ਦੀਜੈ ਸੰਗ ਉਮੰਗਾ। ਸੰਤ ਜੀ ਮੇਰੇ ਸਵਾਲਾਂ ਦਾ ਜਵਾਬ ਦਿਓ। ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਹਾਨੂੰ ਬਸਤਰ ਮਿਲਦੇ ਨਹੀਂ ਤਾਂ ਨਹੀਂ ਪਾਉਂਦੇ, ਜਾਂ ਉਦਾਂ ਹੀ ਨਹੀਂ ਪਹਿਨਦੇ? ਭੋਜਨ ਛਕਦੇ ਹੋ ਜਾਂ ਨਹੀਂ ਛਕਦੇ? ਮਿਲਦਾ ਇੱਥੇ ਬੈਠਿਆਂ ਨੂੰ ਭੋਜਨ?
ਜਾਂ ਨਹੀਂ ਛਕਦੇ, ਮੈਨੂੰ ਇਹਦਾ ਜਵਾਬ ਦਿਓ। ਰਿਖੀਕੇਸ ਸੁਨ ਬੋਲਿਓ ਬਾਨੀ। ਉਹ ਮਹਾਂਪੁਰਸ਼ ਮਹਾਤਮਾ ਜਿਹਦਾ ਨਾਮ ਸੰਤ ਰੇਣ ਹੈ, ਸਤਿਗੁਰੂ ਜੀ ਦੇ ਬਚਨ ਸੁਣ ਕੇ ਉਹ ਸੰਤ ਰੇਣ ਜੀ ਬੋਲੇ, ਮੁਕਤ ਜੋ ਮਾਰਗ ਤਾ ਰਸ ਸਾਨੀ। ਕਹਿਣ ਲੱਗੇ, ਹੇ ਬਾਲਕ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਉਮਰ ਛੋਟੀ ਸੀ ਉਦੋਂ, ਮਹਾਰਾਜ ਜੀ ਨੂੰ ਕਹਿਣ ਲੱਗਾ, ਬਾਲਕ, ਅਸੀਂ ਮੁਕਤੀ ਦਾ ਰਸ ਪ੍ਰਾਪਤ ਕਰਨ ਵਾਸਤੇ ਸਾਧਨਾ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਮੋਕਸ਼ ਨੂੰ ਪ੍ਰਾਪਤ ਹੋ ਜਾਈਏ, ਸਾਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਵੇ। ਸਾਧ ਵੇਖ ਜਿਨ ਧਰਿਓ ਸਰੀਰਾ। ਕਹਿੰਦੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਰੀਰ ਉੱਤੇ ਵਿਰਕਤਾਂ ਦਾ ਸਾਧੂਆਂ ਵਾਲਾ ਭੇਸ ਬਣਾਇਆ ਹੁੰਦਾ ਹੈ, ਤਾਂ ਕੋ ਚਹੀਅਤ ਸੰਜਮ ਚੀਰਾ। ਉਹਨਾਂ ਨੂੰ ਕੱਪੜਿਆਂ ਦਾ ਸੰਜਮ ਹੀ ਰੱਖਣਾ ਚਾਹੀਦਾ। ਜਿਹੜੇ ਵਿਰਕਤ ਸਾਧੂ ਹੁੰਦੇ ਆ ਨਾ ਖਾਲਸਾ ਜੀ, ਉਹ ਕੱਪੜੇ ਦਾ ਸੰਜਮ ਰੱਖਦੇ ਆ। ਜਿੰਨੀ ਕੁ ਜ਼ਰੂਰਤ ਉਹਨਾਂ ਕੀ ਬਸਤਰ ਆਪਣੇ ਤਨ ਤੇ ਰੱਖਣਾ, ਬਹੁਤੇ ਬਸਤਰਾਂ ਦਾ ਇਕੱਠ ਨਹੀਂ ਰੱਖਦੇ ਆਪਣੇ ਕੋਲ। ਤੇੜ ਇੱਕ ਬਸਤਰ ਜਿਹੜਾ ਤੇੜ ਲੱਗਣਾ, ਲੰਗੋਟ ਆਦਿਕ ਕੇਵਲ ਉਹਨੇ ਕੀ ਬਸਤਰ ਜਿਹੜੇ ਤਿਆਗੀ ਸੰਨਿਆਸੀ ਵਗੈਰਾ ਹੁੰਦੇ ਆ ਮਹਾਤਮਾ, ਉਹ ਏਦਾਂ ਹੀ ਥੋੜੇ ਬਸਤਰ ਰੱਖਦੇ। ਇਹ ਕਹਿੰਦਾ ਜੀ ਜਿਹੜੇ ਸਾਧ ਰੂਪ ਹੁੰਦੇ ਆ ਨਾ, ਜਿਨ੍ਹਾਂ ਨੇ ਸੰਨਿਆਸੀ ਰੂਪ ਧਾਰਨ ਕੀਤਾ ਹੁੰਦਾ ਹੈ ਮਹਾਰਾਜ, ਉਹ ਕੱਪੜਿਆਂ ਦਾ ਸੰਜਮ ਹੀ ਰੱਖਦੇ ਹਨ। ਬਹੁਰ ਸੁਨਹੁ ਭੋਜਨ ਕੀ ਰੀਤੀ। ਫਿਰ ਤੁਸੀਂ ਭੋਜਨ ਬਾਰੇ ਪੁੱਛਿਆ ਕਿ ਅਸੀਂ ਭੋਜਨ ਛਕਦੇ ਆ ਜਾਂ ਨਹੀਂ ਛਕਦੇ, ਉਹਦੇ ਬਾਰੇ ਵੀ ਸੁਣੋ। ਜੇ ਹਮ ਜੱਚ ਹੈ ਹੋਤ ਅਨੀਤੀ। ਕਹਿੰਦੇ ਇੱਕ ਸਾਧ ਦਾ ਕੰਮ ਨਹੀਂ ਦਰਵਾਜ਼ਿਆਂ ਦੇ ਮੂਹਰੇ ਜਾ ਕੇ ਮੰਗਣਾ। ਆਖੋ ਸਤਨਾਮ ਸ੍ਰੀ। ਤਾਂ ਹੀ ਸਤਿਗੁਰਾਂ ਕਿਹਾ ਵੀ ਖਰਾ ਸੌਦਾ ਹੋਣਾ ਇੱਥੇ, ਕਿਉਂਕਿ ਇਹ ਸਾਧ ਵੀ ਚੰਗੇ ਸਾਧਨ ਸਨ, ਵਾਕਈ ਸਾਧੂ ਸਨ, ਭੇਖੀ ਨਹੀਂ ਸੀ। ਇਹ ਚਿੱਪੀਆਂ ਫੜ ਕੇ ਮੰਗਦੇ ਨਹੀਂ ਸੀ ਫਿਰਦੇ ਦਰ ਦਰ ਤੇ। ਕਹਿੰਦੇ ਇੱਕ ਸਾਧ ਹੋ ਕੇ ਮੰਗ ਕੇ ਜਾ ਕੇ ਰੋਟੀ ਖਾਵੇ, ਉਹਦੇ ਲਈ ਯੋਗ ਨਹੀਂ ਹੈ। ਮਹਾਰਾਜ, ਇੱਕ ਸਾਧੂ ਹੋਵੇ ਤੇ ਲੋਕਾਂ ਦੇ ਕੋਲੋਂ ਜਾ ਕੇ ਮੰਗਦਾ ਫਿਰੇ ਢਿੱਡ ਪਾਲਣ ਵਾਸਤੇ, ਇਹ ਸਾਧੂ ਲਈ ਯੋਗ ਨਹੀਂ। ਸਿੰਘਾਸਨ ਸੰਤੋਖ ਸੁਹਾਵਾ। ਅਸਲ ਵਿੱਚ ਸਾਧੂ ਉਹ ਹੁੰਦਾ ਜਿਹੜਾ ਸੰਤੋਖ ਦੇ ਸਿੰਘਾਸਣ ਦੇ ਉੱਤੇ ਬੈਠਾ ਰਹੇ, ਸਬਰ ਦੇ ਸਿੰਘਾਸਣ ਤੇ। ਉਹਦੇ ਕੋਲ ਸਬਰ ਹੋਵੇ, ਸੰਤੋਖ ਹੋਵੇ, ਕੱਪੜਾ ਹੋਵੇ ਨਾ ਹੋਵੇ, ਭੋਜਨ ਆਵੇ ਨਾ ਆਵੇ, ਉਹ ਸਬਰ ਤੇ ਸੰਤੋਖ ਸਹਿਤ ਆਪਣੇ ਆਸਣ ਦਾ ਤਿਆਗ ਨਾ ਕਰੇ। ਤਾਪਰ ਬੈਸ ਪਰਮ ਸੁਖ ਪਾਵਾ। ਇੱਕ ਸਾਧੂ ਸੰਤੋਖ ਦੇ ਸਿੰਘਾਸਣ ਉੱਤੇ ਬੈਠ ਕੇ ਪਰਮ ਸੁਖ ਪ੍ਰਾਪਤ ਕਰਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ ਹਾਂ। ਉਹ ਕਿਸੇ ਅੱਗੇ ਹੱਥ ਤੱਡ ਕੇ ਨਹੀਂ ਮੰਗਦਾ, ਉਹ ਇਹ ਮਹਿਸੂਸ ਕਰਦਾ ਮੈਂ ਰਾਜਾ ਹਾਂ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਭਾਵੇਂ ਕੱਖਾਂ ਦੀ ਕੁੱਲੀ 'ਚ ਰਹਿੰਦਾ ਹੋਵੇ, ਤਨ ਤੇ ਮੈਲੇ ਕੁਚੈਲੇ ਫਟੇ ਪੁਰਾਣੇ ਕੱਪੜੇ ਹੋਣ, ਕੋਈ ਮਿੱਤਰ ਕੋਈ ਰਿਸ਼ਤੇਦਾਰ ਸੰਬੰਧੀ ਉਹਦੇ ਨੇੜੇ ਨਾ ਆਉਂਦਾ ਹੋਵੇ ਗਰੀਬ ਜਾਣ ਕੇ, ਜੇ ਉਹਦਾ ਨਾਮ ਦੇ ਰੰਗ ਵਿੱਚ ਮਨ ਭਿੱਜੈ ਤਾਂ ਸਾਹਿਬ ਪੰਚਮ ਗੁਰਦੇਵ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਉਹਨੂੰ ਕਿਸੇ ਪ੍ਰਕਾਰ ਦੀ ਕਾਂਖਾ ਹੀ ਨਹੀਂ ਹੈ, ਕਿਸੇ ਪਦਾਰਥ ਦੀ ਵਾਸ਼ਨਾ ਹੀ ਨਹੀਂ ਹੁੰਦੀ। ਇੱਕ ਮਹਾਤਮਾ ਨੂੰ ਕਹਿਣ ਲੱਗੇ ਜੀ ਜਿਹੜਾ ਇੱਕ ਸਾਧੂ ਹੈ ਉਹ ਸਤ ਤੇ ਸੰਤੋਖ ਦੇ ਸਿੰਘਾਸਣ ਦੇ ਉੱਤੇ ਬਿਰਾਜਦਾ ਹੈ, ਉਹਦੇ ਵਿੱਚੋਂ ਹੀ ਸਾਰਾ ਸੁੱਖ ਪ੍ਰਾਪਤ ਕਰਦਾ ਹੈ। ਪਰਾ ਲਬਦੋ ਸੋ ਦਾਸ ਹਮਾਰੀ। ਰਹੀ ਗੱਲ ਜਿਹੜੀ ਸਾਡੀ ਪਰਾ ਲਬਦਾ, ਜਿਹੜੀ ਪਰਮੇਸ਼ਰ ਨੇ ਸਾਡੇ ਭਾਗਾਂ ਵਿੱਚ ਲਿਖੀ ਹੈ, ਸੇਵਾ ਕਰਹਿ ਅਨੇਕ ਪ੍ਰਕਾਰੀ। ਕੋਈ ਆ ਜੇ, ਜਿਵੇਂ ਤੁਹਾਨੂੰ ਅਸੀਂ ਨਹੀਂ ਸੱਦਿਆ, ਏਦਾਂ ਜੇ ਕੋਈ ਆ ਜਾਵੇ ਸਾਡੀ ਪਰਾ ਲਬਦ ਮੁਤਾਬਕ ਆ ਕੇ ਕੋਈ ਸੇਵਾ ਕਰ ਜਾਵੇ। ਸੋ ਭੱਟ ਸੰਗ ਬਹੁ ਵਿਦ ਤਪ ਤਪਨ। ਤੇ ਕਹਿੰਦੇ ਕਰ ਜਾਵੇ, ਅਸੀਂ ਰੋਕਦੇ ਵੀ ਨਹੀਂ ਕਿਸੇ ਨੂੰ। ਸਾਡੇ ਨਾਲ ਜਿਹੜੇ ਸੁਪੱਟ ਨੇ ਨਾ, ਇਹ ਸਤ ਸੰਤੋਖ ਦਇਆ ਖਿਮਾ ਆਦਿਕ, ਇਹ ਸਾਡੇ ਸਿਪਾਹੀ ਨੇ ਜਿਹੜੇ ਤਪ ਦੀ ਸਾਧਨਾ ਦੇ ਵਿੱਚ ਸਾਡੇ ਨਾਲ ਸਹਿਯੋਗ ਕਰਦੇ ਨੇ। ਮੋਹ ਨਿਰਪਤ ਕੀ ਪਰਤ ਨਾਪ ਖਾਪਨ। ਮੋਹ ਰੂਪੀ ਰਾਜੇ ਦੀ ਜਿਹੜੀ ਫੌਜ ਹੈ ਉਹਨੂੰ ਅਸੀਂ ਮਾਰਨਾ, ਉਹਨੂੰ ਮੁਕਾਉਣਾ ਹੈ।
ਸਤ ਕੋ ਛਤਰ ਸੀਸ ਪਰ ਝੂਲੰ ਔਰ ਸਾਧੂ ਦੇ ਸਿਰ ਦੇ ਉੱਤੇ ਸੱਚ ਦਾ ਛਤਰ ਝੂਲਦਾ ਹੈ। ਜਾਸ ਬਿਲੋਕ ਦਬਤ ਪ੍ਰਤਕੂਲਨ ਜਿਸ ਨੂੰ ਵੇਖ ਕੇ ਜਿਤਨੇ ਪ੍ਰਤੀਕੂਲ ਉਲਟ ਵਿਕਾਰ ਨੇ ਉਹ ਦਬ ਜਾਂਦੇ ਹਨ। ਅਬ ਚਲ ਜਬ ਕੋ ਆਸ ਸੁਖ ਪਾਇੰ ਜਦੋਂ ਦਾ ਅਸੀਂ ਇਸ ਅਬਚਲ ਸੁਖ ਨੂੰ ਪ੍ਰਾਪਤ ਕੀਤਾ ਹੈ, ਅਨੰਤ ਨਾ ਤਬ ਕੋ ਮਨ ਬਿਰਮਾਇਨ ਸਾਡਾ ਮਨ ਕਿਸੇ ਹੋਰ ਪਾਸੇ ਦੌੜਿਆ ਹੀ ਨਹੀਂ, ਮੁੜ ਕੇ ਭਜਿਆ ਹੀ ਨਹੀਂ। ਸੰਤ ਉਗਤ ਕੀ ਸੁਨ ਕਰ ਜੁਗਤੰ ਜਦੋਂ ਸੰਤ ਰੇਣ ਦੇ ਇਹ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਚਨ ਸੁਣੇ ਸੰਤ ਰੇਣ ਜੀ ਦੇ, ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਖੁਸ਼ ਹੋਏ। ਰਾਵਰ ਨਾਮ ਸੁਨਨ ਅਬਲਾਖਾ ਮਹਾਰਾਜ ਜੀ ਕਹਿਣ ਲੱਗੇ, ਸੰਤ ਜੀ ਆਪ ਜੀ ਦਾ ਨਾਮ ਕੀ ਹੈ? ਸੁਣ ਕੇ ਨਾ ਬਚਨ ਵੀ ਵਾਕਈ ਸਬਰ ਸੰਤੋਖ ਵਾਲੇ ਬਚਨ ਕਹੇ ਨੇ ਇੱਕ ਮਹਾਤਮਾ ਨੇ। ਇੱਕ ਸਾਧੂ ਦੀ ਜਿਹੋ ਜੀ ਅਵਸਥਾ ਹੋਣੀ ਚਾਹੀਦੀ ਹੈ ਉਹ ਦੱਸੀ ਆ ਇਹਨਾਂ ਨੇ। ਸੁਣ ਕੇ ਸਤਿਗੁਰੂ ਜੀ ਖੁਸ਼ ਹੋਏ, ਪੁੱਛਦੇ ਨੇ, ਮਹਾਰਾਜ ਤੁਹਾਡਾ ਕੀ ਨਾਮ ਹੈ? ਤੁਮ ਹੋ ਧਨ ਧਰਮ ਦਿੜ ਰਾਖਾ ਸੰਤ ਜੀ ਤੁਸੀਂ ਧਨ ਹੋ ਕਿ ਇੱਕ ਸੰਤ ਦਾ ਧਰਮ ਜਿਹੜਾ ਉਹ ਤੁਸੀਂ ਆਪਣੇ ਹਿਰਦੇ 'ਚ ਪਰਪੱਕ ਕਰਕੇ ਰੱਖਿਆ ਹੈ। ਕਿ ਆਸਾ ਇੱਕ ਏਕੰਕਾਰੰ ਔਰ ਇੱਕ ਏਕੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਆਸ ਤੁਸੀਂ ਆਪਣੇ ਮਨ 'ਚ ਕੀਤੀ ਆ, ਕਿਸੇ ਬੰਦੇ ਦੀ ਆਸ ਨਹੀਂ ਰੱਖੀ। ਪਰ ਬ੍ਰਿਤ ਤਜ ਨਿਰਤ ਬਿਰਤ ਪਗ ਧਾਰੰ ਪਰ ਵਿਰਤੀ ਨੂੰ ਛੱਡ ਕੇ ਤੁਸੀਂ ਨਿਰਵਿਰਤੀ ਦਾ ਮਾਰਗ ਗ੍ਰਹਿਣ ਕੀਤਾ। ਦੋ ਰਾਹ ਹੁੰਦੇ, ਇੱਕ ਪ੍ਰਵਿਰਤੀ ਦਾ, ਇੱਕ ਨਿਰਵਿਰਤੀ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੇ ਗੁਰ ਪ੍ਰਵਿਰਤੀ ਤੇ ਨਿਰਵਿਰਤੀ ਦੋਨਾਂ ਨੂੰ ਜਾਣ ਲਿਆ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੈ। ਜਿਹੜੇ ਗੁਰਮੁਖ ਨੇ ਉਹ ਪ੍ਰਵਿਰਤੀ ਨੂੰ ਵੀ ਸਮਝਦੇ ਆ ਵੀ ਗ੍ਰਸਤੀ ਦਾ ਕੀ ਧਰਮ ਹੁੰਦਾ ਹੈ, ਤੇ ਨਿਰਵਿਰਤੀ ਦਾ ਮਾਰਗ ਜਿਹੜਾ ਤਿਆਗੀ ਦਾ ਗੁਰਸਿੱਖ ਉਹ ਵੀ ਸਮਝਦੇ ਨੇ। ਇਹ ਜਿਹੜੇ ਸਾਧੂ ਸਨ ਇਹਨਾਂ ਨੇ ਪ੍ਰਵਿਰਤੀ ਨੂੰ ਛੱਡ ਕੇ ਕੇਵਲ ਨਿਰਵਿਰਤੀ ਦਾ ਮਾਰਗ ਗ੍ਰਹਿਣ ਕੀਤਾ ਹੋਇਆ ਸੀ। ਮਹਾਰਾਜ ਜੀ ਕਹਿੰਦੇ ਤੁਸੀਂ ਪ੍ਰਵਿਰਤੀ ਨੂੰ ਤਿਆਗ ਕੇ ਨਿਰਵਿਰਤੀ ਦਾ ਮਾਰਗ ਧਾਰਨ ਕੀਤਾ ਹੋਇਆ ਹੈ। ਸੁਮਤ ਅਗਾਤੀ ਸੰਤ ਸੁਚਾਲੀ ਤੁਸੀਂ ਸ੍ਰੇਸ਼ਟ ਮਤ ਨੂੰ ਧਾਰਨ ਕਰਨ ਵਾਲੇ, ਚੰਗੇ ਚਾਲ ਚੱਲਣ ਵਾਲੇ ਸੰਤ ਹੋ। ਸ਼ਾਂਤ ਲਤਾ ਭੀ ਪਲ ਬਿਰਧ ਪ੍ਰਤਪਾਲੀ ਤੁਸੀਂ ਸ਼ਾਂਤ ਰੂਪੀ ਵੇਲ ਨੂੰ ਚੰਗੀ ਤਰ੍ਹਾਂ ਪਾਲਿਆ ਹੋਇਆ, ਪ੍ਰਤੀਪਾਲਕ ਪਾਲਣਾ ਕੀਤੀ ਹੋਈ ਆ ਸ਼ਾਂਤੀ ਰੂਪੀ ਵੇਲ ਦੀ। ਪੁਨ ਭਾਖਤ ਮਹੰਤ ਸੁਭ ਬਾਨੀ ਜਦੋਂ ਸਤਿਗੁਰੂ ਜੀ ਦੇ ਬਚਨ ਮਹੰਤ ਜੀ ਨੇ ਸੁਣੇ, ਸੁਣ ਕੇ ਬੋਲੇ, ਭੋਤੀ ਮਤ ਤੁਮ ਹੋ ਕਹਿਣ ਲੱਗਾ, ਮਹਾਰਾਜ ਤੁਸੀਂ ਵੀ ਗੁਣਾਂ ਦੀ ਖਾਨ ਹੋ। ਮਹੰਤ ਸੰਤ ਰੇਣ ਜੀ ਬੋਲੇ, ਕਹਿਣ ਲੱਗੇ, ਜੀ ਤੁਸੀਂ ਵੀ ਸ਼ੁਭ ਗੁਣਾਂ ਦੀ ਖਾਨ ਹੋ। ਬੈਸ ਕਿਸ਼ੋਰ ਬਿਖੈ ਅਪਮਾਨੀ ਇਸ ਛੋਟੀ ਜੀ ਉਮਰ ਵਿੱਚ ਐਸੀ ਅਵਸਥਾ ਕਿ ਕੋਈ ਮਾਣ ਅਪਮਾਨ ਹੈ ਹੀ ਨਹੀਂ ਹਿਰਦੇ 'ਚ, ਮਾਣ ਤੋਂ ਬਿਲਕੁਲ ਰਹਿਤ ਹੋ। ਛੋਟੀ ਜੀ ਇਸ ਉਮਰ ਵਿੱਚ ਕਿਸ਼ੋਰ ਅਵਸਥਾ ਵਿੱਚ ਤੁਸੀਂ ਐਸੀ ਉੱਚ ਅਵਸਥਾ ਨੂੰ ਪ੍ਰਾਪਤ ਹੋ। ਸਤ ਸੰਗਤ ਪਰ ਸੁਮਤ ਲੁਬਾਨੀ ਤੁਹਾਨੂੰ ਸਤ ਪੁਰਸ਼ਾਂ ਦੀ, ਸਾਧੂਆਂ ਦੀ ਸੰਗਤ ਚੰਗੀ ਲੱਗਦੀ ਹੈ, ਇਸੇ ਕਰਕੇ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਡੇ ਵੱਲ ਆ ਗਏ ਹੋ। ਸੰਤ ਰੇਨ ਹੈ ਨਾਮ ਹਮਾਰਾ ਮਹੰਤ ਸੰਤ ਰੇਣ ਨੇ ਹੱਥ ਜੋੜ ਲਏ, ਬਦੋ ਬਦੀ ਹੱਥ ਜੋੜ ਗਏ। ਉਹਨੂੰ ਨਹੀਂ ਪਤਾ ਇਹ ਅਵਤਾਰ ਨੇ, ਪਰ ਉਹ ਸਮਝ ਰਿਹਾ ਵੀ ਕੋਈ ਗੱਲ ਹੈ, ਇਹਨਾਂ ਦੇ ਇੱਥੇ ਆਉਣ ਨਾਲ ਕੁਝ ਹੋ ਰਿਹਾ ਹੈ, ਕੁਝ ਵਰਤ ਰਿਹਾ ਹੈ, ਕੁਝ ਮਹਿਸੂਸ ਹੋ ਰਿਹਾ ਸੀ ਸੰਤ ਰੇਣ ਨੂੰ। ਉਹਦੇ ਹੱਥ ਜੁੜ ਗਏ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਮੇਰਾ ਨਾਮ ਸੰਤ ਰੇਣ ਹੈ, ਮੈਨੂੰ ਸੰਤ ਰੇਣ ਕਹਿੰਦੇ ਨੇ, ਮੈਂ ਇਹਨਾਂ ਸਾਰੇ ਸਾਧੂਆਂ ਦੇ ਚਰਨਾਂ ਦੀ ਧੂੜੀ ਹਾਂ। ਸੰਤ ਰੇਣ ਦਾ ਮਤਲਬ ਇਹ ਹੀ ਹੈ ਨਾ, ਰੇਣ ਨਾਮ ਧੂੜੀ ਦਾ ਹੈ। ਕਹਿਣ ਲੱਗਾ, ਇਹ ਜਿੰਨੇ ਸਾਧੂ ਨੇ ਬੰਦਗੀ ਕਰਨ ਵਾਲੇ
ਮੈਂ ਇਹਨਾਂ ਦੇ ਚਰਨਾਂ ਦੀ ਰੇਣ, ਮੇਰਾ ਨਾਮ ਹੀ ਸੰਤ ਰੇਣ ਹੈ। ਸ੍ਰੀ ਗੁਰ ਬਚਸੋ ਧਰਿਓ ਸੁਧਾਰਾ। ਮੇਰੇ ਗੁਰਦੇਵ ਨੇ ਮੇਰਾ ਇਹ ਬਚਨ ਧਾਰਨ ਕੀਤਾ ਹੋਇਆ ਹੈ। ਦੀਨ ਗਰੀਬੀ ਕੋ ਸਿਰ ਪਾਓ। ਇਹ ਮੈਨੂੰ ਗਰੀਬੀ ਦਾ ਸਿਰੇ ਪਾਓ ਮੇਰੇ ਗੁਰੂ ਨੇ ਮੈਨੂੰ ਦਿੱਤਾ ਹੈ। ਸੋ ਜਸ ਜਾਸ ਬਹੁ ਵਧਤ ਹੈ ਪ੍ਰਭਾਓ। ਕਿਉਂਕਿ ਗਰੀਬੀ ਦਾ ਇਹ ਸਿਰੇ ਪਾਓ, ਨਿਮਰਤਾ ਦਾ ਇਹ ਸਿਰੇ ਪਾਓ, ਜਿਨ੍ਹਾਂ ਕੋਲ ਹੁੰਦਾ ਹੈ ਉਹਨਾਂ ਦਾ ਸੁਜਸ ਸੁਤੇ ਸਿੱਧ ਸੰਸਾਰ ਦੇ ਵਿੱਚ ਉਜਾਗਰ ਹੋ ਜਾਂਦਾ ਹੈ। ਹਿਰਦੇ ਪ੍ਰਸਿੱਧੇ ਸੁਨ ਕਰ ਨਾਮ। ਜਦੋਂ ਇਸ ਮਹੰਤ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਸੁਣਿਆ, ਸੁਣ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਜਿਉ ਕਬ ਉਕਤ ਸੁਨਤ ਮਤ ਧਾਮੂ। ਮਹਾਰਾਜ ਜੀ ਕਹਿੰਦੇ ਜਿਵੇਂ ਸੁਣਿਆ ਸੀ ਨਾ ਕਿ ਸਾਧੂ ਇਹੋ ਜਿਹੇ ਹੁੰਦੇ ਐ, ਅੱਜ ਉਹੋ ਜਿਹੇ ਸੰਤ ਨੂੰ ਅਸੀਂ ਵੇਖਿਆ ਹੈ। ਵਾਕਈ ਸੰਤ ਰੇਣ ਹੋ ਤੁਸੀਂ, ਵਾਕਈ ਸਾਧੂਆਂ ਦੇ ਚਰਨਾਂ ਦੀ ਖਾਕ ਬਣ ਕੇ ਰਹਿਣ ਵਾਲੇ ਮਹਾਤਮਾ ਹੋ। ਮੁਝ ਸੋ ਕਹਿਣ ਲੱਗੇ ਤਹਿ ਕਾਲਾ। ਕਹਿੰਦੇ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਕਹਿੰਦੇ ਮੈਨੂੰ ਕਹਿਣ ਲੱਗੇ, ਤਜਿਓ ਨਾ ਜਾਏ ਬਨੰਜ ਇਹ ਬਾਲਾ। ਕਹਿੰਦੇ ਮੈਨੂੰ ਕੋਲ ਖਲੋਤੇ ਨੂੰ ਵੇਖ ਕੇ ਕਹਿੰਦੇ ਬਾਲਿਆ ਇਹੋ ਜਿਹਾ ਵਧੀਆ ਵਣਜ ਮੇਰੇ ਕੋਲੋਂ ਛੱਡਿਆ ਨਹੀਂ ਜੇ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹੋ ਜਿਹਾ ਵਧੀਆ ਵਣਜ ਭਾਈ ਬਾਲਿਆ ਆਪਾਂ ਕਿਵੇਂ ਛੱਡ ਕੇ ਟੁਰ ਜਾਈਏ? ਇਹੋ ਜਿਹਾ ਖਰਾ ਸੌਦਾ ਆਪਾਂ ਨੂੰ ਕਿੱਥੇ ਲੱਭਣਾ, ਹੋਰ ਕਿੱਥੇ ਮਿਲਣਾ? ਇਹ ਨਹੀਂ ਮੇਰੇ ਕੋਲੋਂ ਹੁਣ ਛੱਡ ਹੋਣਾ। ਕਰਤੇ ਧਨ ਧਰ ਅਗਰ ਮਹੰਤਾ। ਮਹਾਰਾਜ ਜੀ ਨੇ 20 ਰੁਪਏ ਕੱਢੇ ਤੇ ਮਹੰਤ ਜੀ ਦੇ ਅੱਗੇ ਢੇਰੀ ਕਰ ਦਿੱਤੀ। 20 ਰੁਪਏ ਜਿਹੜੇ ਸਨ, ਬਾਲੇ ਨੂੰ ਕਹਿ ਕੇ ਨਾ ਵੀ ਆਹ ਸੌਦਾ ਨਹੀਂ ਮੈਂ ਛੱਡ ਸਕਦਾ ਹੁਣ ਭਾਈ ਬਾਲਾ ਜੀ, ਉਹ 20 ਰੁਪਏ ਕੱਢ ਕੇ ਮਹਾਰਾਜ ਜੀ ਨੇ ਉਸ ਮਹਾਂਪੁਰਸ਼ ਦੇ ਅੱਗੇ ਰੱਖ ਦਿੱਤੇ। ਅਸਨ ਕਰਾਬ ਹੋ ਕਹੇ ਜਗ ਕੰਤਾ। ਪਾਤਸ਼ਾਹ ਕਹਿਣ ਲੱਗੇ ਸੰਤ ਰੇਣ ਜੀ ਮਹਾਂਪੁਰਸ਼ੋ ਆ ਲੋ ਆ 20 ਰੁਪਏ ਆਪਣੇ ਭੋਜਨ ਦਾ ਪ੍ਰਬੰਧ ਇਹਦੇ ਨਾਲ ਕਰਾ ਲੋ, ਇਹ ਤੁਸੀਂ ਇਹਦਾ ਲੰਗਰ ਤਿਆਰ ਕਰਵਾ ਕੇ ਛਕੋ। ਹਮ ਨੈ ਤੁਮਰੀ ਸਭ ਵਿਦ ਜਾਨੀ। ਅਸੀਂ ਤੁਹਾਡੀ ਸਾਰੀ ਮਰਿਆਦਾ ਜਾਣ ਲਈ ਹੈ। ਕਰਤ ਨਾ ਪ੍ਰਾਰਥਨਾ ਗੁਣ ਹਾਨੀ। ਤੁਸੀਂ ਕਿਸੇ ਕੋਲੋਂ ਮੰਗਦੇ ਨਹੀਂ ਹੋ, ਤੁਸੀਂ ਮੰਗਣ ਦੀ ਕਾਂਖਾ ਨਹੀਂ ਰੱਖਦੇ। ਬਿਨ ਜਾਚੇ ਸਾਦਰ ਜੋ ਦੇਈ। ਤੇ ਬਿਨਾ ਮੰਗਿਆ ਜਿਹੜਾ ਸਤਕਾਰ ਨਾਲ ਤੁਹਾਨੂੰ ਦੇ ਜਾਵੇ ਤਾ ਕੋ ਰੁਚ ਸੋ ਅਚਨ ਕਰੇ। ਤੁਸੀਂ ਉਹਦਾ ਭੋਜਨ ਛਕ ਲੈਂਦੇ ਹੋ, ਉਹਦੇ ਨਾਲ ਰੁਚੀ ਨਾਲ ਭੋਜਨ ਛਕ ਲੈਂਦੇ ਹੋ। ਨਾ ਦੇ ਜੇ ਤੇ ਭੁੱਖੇ ਫਾਕੇ ਕੱਟ ਲੈਂਦੇ ਹੋ, ਕੋਈ ਦੇ ਜੇ ਤੇ ਛਕ ਲੈਂਦੇ ਹੋ। ਇਹ ਤੁਹਾਡੀ ਬਿਰਤੀ ਆ। ਮਹਾਰਾਜ ਜੀ ਕਹਿੰਦੇ ਅਸੀਂ ਜਾਣ ਲਈ ਹੈ। ਅਬ ਹੈ ਪਠਾਏ ਸ੍ਰੀ ਕਰਤਾਰਾ। ਤੇ ਆ ਲੋ ਆ 20 ਰੁਪਏ ਕਰਤਾਰ ਨੇ ਭੇਜੇ ਨੇ ਤੁਹਾਡੇ ਲਈ। ਇਹ ਸ਼੍ਰੀ ਕਰਤਾਰ ਦੇ ਭੇਜੇ ਹੋਏ 20 ਰੁਪਏ ਨੇ, ਲਾਓ ਲੈ ਕਰ ਸੁਖ ਸੋ ਕਰਹੁ ਆਹਾਰਾ। ਔਰ ਸੁਖ ਦੇ ਨਾਲ ਲੈ ਕੇ ਭੋਜਨ ਛਕੋ। ਕਹਿ ਮਹੰਤ ਲਗ ਬੈ ਸੁਕਲੀਨੰ। ਸੁਣ ਕੇ ਅੱਗੋਂ ਮਹੰਤ ਜੀ ਬੋਲੇ, ਹੱਥ ਜੁੜੇ ਹੋਏ ਉਹਦੇ। ਕਹਿੰਦਾ ਮਹਾਰਾਜ ਉਮਰ ਆਪ ਜੀ ਦੀ ਛੋਟੀ ਹੈ, ਬੜੇ ਉੱਚੇ ਕੁੱਲ ਵਾਲੇ ਪ੍ਰਤੀਤ ਹੁੰਦੇ ਹੋ, ਤਬ ਵਿਵਹਾਰੰ ਜਨਕ ਅਧੀਨੰ। ਪਰ ਮੇਰੀ ਵੀ ਬੇਨਤੀ ਹੈ, ਮੈਨੂੰ ਜਾਪਦਾ ਵੀ ਤੁਹਾਡੀ ਉਮਰ ਛੋਟੀ ਹੈ, ਤੁਹਾਡਾ ਹਾਲੇ ਆਪਣਾ ਗੁਜ਼ਾਰਾ ਤੁਹਾਡੇ ਪਿਤਾ ਦੇ ਅਧੀਨ ਹੋ ਕੇ ਚੱਲਦਾ ਹੋਣਾ ਹੈ। ਉਹ ਮੰਤ ਜੀ ਵੀ ਕਹਿ ਰਹੇ ਨੇ ਅੱਗੋਂ ਵੀ ਤੁਹਾਡੀ ਉਮਰ ਹਾਲੇ ਛੋਟੀ ਹੈ, ਤੁਸੀਂ ਆਪਣਾ ਜਿਹੜਾ ਨਿਰਵਾਹ ਆ ਉਹ ਜ਼ਰੂਰ ਆਪਣੇ ਪਿਤਾ ਦੇ ਅਧੀਨ ਹੋ ਕੇ ਕਰਦੇ ਹੋਣੇ ਹੋ, ਕਿਉਂਕਿ ਹਾਲੇ ਤੁਸੀਂ ਇੰਨੀ ਉਮਰ ਕਰਕੇ ਵੱਡੇ ਨਹੀਂ ਹੋਏ ਕਿ ਤੁਸੀਂ ਆਪਣਾ ਵਪਾਰ ਕੀਤਾ ਹੋਵੇ। ਇਹ 20 ਰੁਪਏ ਸ਼ਾਇਦ ਮੈਨੂੰ ਜਾਪਦਾ ਇਹ ਤੁਹਾਡੇ ਪਿਤਾ ਜੀ ਦੀ ਕਮਾਈ ਹੈ। ਪਠਿਓ ਕਾਜ ਕਹਿ ਤੋਹੇ ਵਿਚਾਰੀ। ਮੈਨੂੰ ਤਾਂ ਜਾਪਦਾ ਉਹਨਾਂ ਨੇ ਕਿਸੇ ਕੰਮ ਭੇਜਿਆ ਹੋਣਾ ਤੁਹਾਨੂੰ ਇਹ 20 ਰੁਪਏ ਦੇ ਕੇ। ਮੰਤ ਜੀ ਅੱਗੋਂ ਕਹਿੰਦੇ ਮੈਨੂੰ ਤਾਂ ਜਾਪਦਾ ਕਿ ਇਹ 20 ਰੁਪਏ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦੇ ਕੇ ਕਿਸੇ ਕੰਮ ਭੇਜਿਆ ਹੋਣਾ। ਜਾਹੂ ਛੂਛ ਤੋ ਦੇਹ ਨਿਕਾਰੀ। ਤੇ ਜੇ ਤੁਸੀਂ ਖਾਲੀ ਹੱਥ ਪਰਤੋਗੇ ਤੇ ਹੋ ਸਕਦਾ ਪਿਤਾ ਜੀ ਗੁੱਸੇ ਹੋਣ, ਉਹ ਕ੍ਰੋਧ ਵਿੱਚ ਆਉਣ, ਕਿਤੇ ਐਸਾ ਨਾ ਹੋਵੇ ਤੁਹਾਨੂੰ ਘਰੋਂ ਕੱਢ ਦੇਣ। ਸੁਨੋ ਸੰਤ ਮੈਂ ਪਿਤਾ ਨਿਦੇਸਾ। ਸਾਹਿਬ ਅੱਗੋਂ ਬੋਲੇ, ਕਹਿਣ ਲੱਗੇ ਸੰਤ ਜੀ ਮੇਰੇ ਪਿਤਾ ਦਾ ਹੀ ਮੈਨੂੰ ਹੁਕਮ ਹੈ, ਮੇਰੇ ਪਿਤਾ ਨੇ ਮੈਨੂੰ ਆਗਿਆ ਦਿੱਤੀ ਹੈ। ਸੋ ਕਿਨੋ ਜਿਸ ਲਾਭ ਵਿਸੇਸਾ। ਉਹ ਕਹਿੰਦੇ ਸੀ ਕੋਈ ਚੰਗਾ ਮੁਨਾਫੇ ਵਾਲਾ ਸੌਦਾ ਹੋਵੇ ਉਹ ਕਰੀ, ਤੇ ਇਹਦੇ ਤੋਂ ਵੱਧ ਮੁਨਾਫੇ ਵਾਲਾ ਸੌਦਾ ਸੰਤ ਜੀ ਹੋਰ ਕਿਹੜਾ ਹੋ ਸਕਦਾ?
ਸਤਿ ਸ੍ਰੀ ਅਕਾਲ। ਇਹਦੇ ਤੋਂ ਵੱਧ ਮੁਨਾਫੇ ਵਾਲਾ ਸੌਦਾ ਭਲਾ ਹੋਰ ਕਿਹੜਾ ਹੋ ਸਕਦਾ ਹੈ? ਇਹੋ ਜਿਹਾ ਸੌਦਾ ਹੈ ਮੁਨਾਫੇ ਵਾਲਾ ਜਿਹੜਾ ਜੁਗਾਂ ਜੁਗਾਂ ਤੱਕ ਸੰਸਾਰ ਵਿੱਚ ਚੱਲਦਾ ਰਹੇਗਾ, ਜਦੋਂ ਤੱਕ ਇਹ ਸੰਸਾਰ ਰਹੇਗਾ। ਇਹ ਗੁਰੂ ਕਾ ਲੰਗਰ ਹੈ। ਇਥੋਂ ਗੁਰੂ ਕੇ ਲੰਗਰ ਦੀ ਪ੍ਰਥਾ ਦੀ ਆਰੰਭਤਾ ਹੋ ਰਹੀ ਹੈ। ਇਹ ਕਰਮ ਪ੍ਰਚਾਰ ਹੈ। ਦੋ ਧਰਮ ਪ੍ਰਚਾਰ ਤਾਂ ਬਹੁਤ ਹੁੰਦਾ ਸੀ ਸੰਸਾਰ ਵਿੱਚ। ਮੇਰੇ ਗੁਰੂ ਬਾਬੇ ਨੇ ਧਰਮ ਦੇ ਪ੍ਰਚਾਰ ਨਾਲ ਕਰਮ ਦੇ ਪ੍ਰਚਾਰ ਦੀ ਆਰੰਭਤਾ ਕੀਤੀ ਹੈ। ਮੁਝ ਸੋ ਕਹਿਓ ਵਣਜ ਸੋ ਕਰੀਏ। ਮੇਰੇ ਪਿਤਾ ਜੀ ਨੇ ਕਿਹਾ ਸੀ ਚੰਗੇ ਵਣਜ ਦਾ ਸੌਦਾ ਕਰਨਾ ਹੈ, ਜਾਂ ਤੇ ਅੰਤ ਨਾ ਭਲੋ ਵਿਚਰੀਏ। ਇਹਦੇ ਤੋਂ ਚੰਗਾ ਸੌਦਾ ਸੰਤ ਜੀ ਮੈਨੂੰ ਕੋਈ ਦੂਜਾ ਨਹੀਂ ਲੱਗਦਾ। ਬਾਣੀ ਸੁਨੀ ਸੋ ਧੀਰ ਮਹੰਤਾ। ਸਤਿਗੁਰੂ ਜੀ ਦੇ ਧੀਰਜ ਭਰੇ ਬੋਲ ਜਦੋਂ ਮਹੰਤ ਜੀ ਨੇ ਸੁਣੇ, ਕਹਿਓ ਜੇ ਤਬ ਉਰ ਇਹ ਦਿੜ ਮੰਤਾ। ਕਹਿਣ ਲੱਗੇ ਮਹਾਰਾਜ ਜੇ ਤੁਹਾਡੇ ਮਨ ਦੀ ਇਹ ਵਿਚਾਰ ਹੈ, ਲੈ ਜਾਵਹੋ ਧਨ ਨਿਜ ਕਹਿ ਨਗਰੀ। ਤੇਰੇ ਪੈਸੇ ਤੁਸੀਂ ਇੱਥੇ ਨੇੜੇ ਨਗਰ ਹੈ ਉੱਥੇ ਲੈ ਜਾਓ। ਭੋਜਨ ਸੋਜ ਆਨ ਦੇਹੋ ਸਗਰੀ। ਸਾਨੂੰ ਤੁਸੀਂ ਰਸਤ ਲਿਆ ਦਿਓ ਭੋਜਨ ਦੀ। ਜਿਹੜਾ ਭੋਜਨ ਹੈ ਉਹਦੇ ਵਾਸਤੇ ਰਸਤ ਲਿਆ ਦਿਓ। ਪੈਸੇ ਸਾਡੇ ਕਿਸ ਕੰਮ ਦੇ ਨੇ? ਤੁਸੀਂ ਕਿਰਪਾ ਕਰੋ ਮਹਾਰਾਜ, ਫਿਰ ਜੇ ਦਇਆ ਕਰਨੀ ਆ ਇੰਨੀ ਵੱਡੀ ਤਰਸ ਕਰਨਾ ਸਾਡੇ ਤੇ, ਇਹ ਪੈਸੇ ਲੈ ਜਾਓ ਔਰ ਇਹਦੀ ਰਸਤ ਲੈ ਕੇ ਸਾਨੂੰ ਦੇ ਜਾਓ। ਸੁਨੋ ਸਰਵਨ ਸੰਤਨ ਕੇ ਬੈਨਾ। ਜਦੋਂ ਮਹਾਰਾਜ ਜੀ ਨੇ ਬਚਨ ਸੁਣੇ, ਨਗਰ ਦਿਸਾ ਗਮਨੇ ਗੁਣ ਐਨਾ। ਚੂੜਕਾਣਾ ਨਗਰ ਸੀ ਨੇੜੇ, ਪਾਤਸ਼ਾਹ ਜੀ ਉਸ ਪਾਸੇ ਚੱਲ ਪਏ। ਲੈ ਵਿਪਨੀ ਤੇ ਚੂਨ ਮਹੀਨਾ। ਮਹਾਰਾਜ ਜੀ ਨੇ ਬਰੀਕ ਆਟਾ ਜਿਹੜਾ ਪੀਸਿਆ ਹੋਇਆ ਸੀ ਉਹ ਜਾ ਕੇ ਦੁਕਾਨ ਤੋਂ ਖਰੀਦਿਆ। ਤਹ ਹਿਤ ਪੰਚ ਰਜਤ ਪਨ ਦੀਨਾ। ਕਿੰਨੇ ਰੁਪਏ ਦਾ ਆਟਾ ਖਰੀਦਿਆ? 5 ਰੁਪਇਆਂ ਦਾ। 5 ਰੁਪਏ ਦਾ ਆਟਾ ਖਰੀਦਿਆ। ਚੰਗਾ ਵਾਹਵਾ ਪੰਡ ਆ ਗਈ। ਸੂਖਮ ਚਾਵਰ ਚਾਰ ਲਮੇਰੋ। ਫਿਰ ਬਰੀਕ ਚਾਵਲ ਜਿਹੜੇ ਬਾਸਮਤੀ ਅੱਜ ਕੱਲ ਆਪਾਂ ਕਹਿੰਦੇ ਆ, ਕਹਿੰਦੇ ਉਹ ਬਰੀਕ ਚਾਵਲ ਜਿਹੜੇ ਸਨ ਉਹ ਖਰੀਦੇ। ਤਹਿ ਸਮ ਲੈ ਕਰ ਭਾਰ ਬੰਧੇਰੋ। ਉਹਦਾ ਵੀ ਇੱਕ ਵੱਡਾ ਭਾਰ ਬੰਨ ਲਿਆ ਚਾਵਲਾਂ ਦਾ। ਲੀਨ ਤੀਨ ਕੋ ਕ੍ਰਿਤ ਨਵੀਨਾ। 3 ਰੁਪਏ ਦਾ ਘਿਓ ਲਿਆ ਨਵਾਂ ਕੱਢਿਆ ਹੋਇਆ। ਸਿਤਾ ਸਵੈਤ ਤਾਕੇ ਸਮਲੀਨਾ। ਤੇ 3 ਰੁਪਏ ਦੀ ਖੰਡ ਉਹ ਮਹਾਰਾਜ ਜੀ ਨੇ ਨਾਲ ਲੈ ਲਈ। ਚਿੱਟੀ ਖੰਡ ਜਿਹੜੀ ਹੁੰਦੀ ਆ ਉਹ ਲੈ ਲਈ। ਦੁਗਧ ਹੇਤ ਖਰਚੇ ਪੁਨ ਤੀਨੋ। ਤੇ ਫਿਰ 3 ਰੁਪਏ ਦੁੱਧ ਦੇ ਵਾਸਤੇ ਖਰਚੇ ਦੁੱਧ ਲੈ ਲਿਆ। ਬਾਕੀ ਭਾਰ ਬਾਹ ਕੋ ਦਿਨੋ। ਜਿਹੜੇ ਬਾਕੀ ਬਚੇ ਮਹਾਰਾਜ ਜੀ ਨੇ ਉਹ ਜਿਹੜਾ ਭਾਰ ਚੁੱਕ ਕੇ ਲੈ ਕੇ ਆਉਣਾ ਸੀ, ਜਿਨ੍ਹਾਂ ਨੇ ਢੁਆਈ ਕਰਨੀ ਸੀ, ਉਹਨਾਂ ਨੂੰ ਮਹਾਰਾਜ ਜੀ ਨੇ ਦੇ ਦਿੱਤੇ। ਸਭ ਹੈ ਸੋਜਪੁਰ ਤੇ ਉਚਵਾਈ। ਉਹ ਸਾਰਾ ਸੌਦਾ ਖੰਡ, ਆਟਾ, ਚਾਵਲ, ਹੋਰ ਜਿਹੜਾ ਮਹਾਰਾਜ ਜੀ ਨੇ ਰਾਸ਼ਨ ਖਰੀਦਿਆ ਉਹ ਸਾਰਾ ਕੁਝ ਖਰੀਦ ਕੇ ਮਹਾਰਾਜ ਜੀ ਨਗਰ ਤੋਂ ਚੱਲ ਪਏ। ਸੰਤਨ ਢਿਗ ਗਮਨ ਜਗ ਰਾਈ। ਸਾਰੇ ਜਗਤ ਦੇ ਮਾਲਕ ਸਤਿਗੁਰੂ ਜੀ ਟੁਰੇ ਜਾ ਰਹੇ ਹਨ। ਸਭ ਸੰਭਾਰ ਮਹੰਤ ਅਗਾਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਮੈਨੂੰ ਵੇਖ ਕੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਵੀ ਸਾਰੇ ਸੰਸਾਰ ਦੀ ਰੋਜੀ ਚਲਾਉਣ ਵਾਲੇ ਗੁਰੂ ਨਾਨਕ ਸਾਹਿਬ ਨਿਰਾਕਾਰ ਰੂਪ ਦੇ ਵਿੱਚ ਸਾਰੇ ਜਗਤ ਦੀ ਰੋਜੀ ਚਲਾਉਂਦੇ ਆ ਨਾ, ਸਭ ਨੂੰ ਰੋਜੀ ਦਿੰਦੇ ਆ। ਉਹ ਪ੍ਰਤੱਖ ਰੂਪ ਧਾਰਨ ਕਰਕੇ ਰੋਜੀ ਦੇਣ ਜਾ ਰਹੇ ਨੇ ਤੇ ਦੱਸ ਰਹੇ ਨੇ, ਐ ਸੰਸਾਰ ਦੇ ਲੋਗੋ, ਦੁਨੀਆ ਦੇ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇਣ ਵਾਲਾ ਇੱਕ ਅਕਾਲ ਪੁਰਖ ਪਰਮੇਸ਼ਰ ਏਦਾਂ ਵਰਤਦਾ ਹੈ ਕਿ ਰੋਜ਼ੀ ਦਹੰਦ ਹੈ। ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਹਨ। ਤਰ ਬੈਸੇ ਸੇਵਕ ਸੁਖਕਾਰੀ। ਸੁੱਖਾਂ ਨੂੰ, ਸੇਵਕਾਂ ਨੂੰ ਸੁੱਖ ਦੇਣ ਵਾਲੇ ਸਤਿਗੁਰੂ ਜੀ ਚੱਲ ਕੇ ਆਏ। ਦੀਜੈ ਆਇਸ ਹੋਏ ਰਸੋਈ। ਮਹਾਰਾਜ ਜੀ ਨੇ ਉਹ ਰਸਤ ਬਸਤ ਦਿੱਤੀ। ਮੰਤ ਜੀ ਨੂੰ ਆਖਿਆ, ਮੰਤ ਜੀ ਕਹੋ ਆਪਣੇ ਸੇਵਕਾਂ ਨੂੰ ਜਿਹੜੇ ਲਾਂਗਰੀ ਨੇ ਤੁਹਾਡੇ ਲੰਗਰ ਤਿਆਰ ਕਰਨ ਵਾਲੇ ਉਹ ਤਿਆਰ ਕਰ ਲਵੋ। ਅਚਹਿ ਸੰਤ ਰੁਚ ਕਰਹੁ ਜਤੋਈ। ਸਾਰਿਆਂ ਦੀ ਜਿੰਨੀ ਰੁਚੀ ਆਪਣੀ ਰੁਚੀ ਮੁਤਾਬਕ ਭੋਜਨ ਛਕੋ। ਸੁਨ ਮਹੰਤ ਮਤਵੰਤ ਕਹੀ ਗਿਰਾਇਆ। ਸੁਣ ਕੇ ਮਹੰਤ ਜੀ ਬੜੇ ਖੁਸ਼ ਹੋਏ। ਜਗੰਤ ਸੋ ਕਰ ਅਚਬਹੁ ਸੰਤ ਤੁਮ ਗਮਨ ਹੋ। ਕਹਿਣ ਲੱਗ, ਹਾਂਜੀ,
ਕਰ ਅਚਵੰਤ ਸੰਤ ਤੁਮ ਗਮਨ ਹੋ ਪਰ ਆਪਣੇ। ਕਹਿਣ ਲੱਗੇ ਮਹਾਰਾਜ ਜੀ ਆਪ ਜੀ ਦਾ ਧੰਨਵਾਦ ਹੈ। ਮੰਤ ਜੀ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਸ਼ੁਕਰ ਹੈ ਆਪ ਜੀ ਦਾ, ਤੁਸੀਂ ਸਾਡੀ ਪਾਲਣਾ ਕੀਤੀ ਹੈ। ਮਹਾਰਾਜ ਕੋਟਾਨ ਕੋਟ ਸ਼ੁਕਰ ਹੈ ਸਾਹਿਬ ਜੀ, ਅਸੀਂ ਇਹ ਭੋਜਨ ਤਿਆਰ ਕਰ ਲਵਾਂਗੇ। ਦੋਹਰਾ ਤਜ ਕਾਨਨ ਕਮਲਾਨ ਗਵਨੇ ਨਿਜਪੁਰ ਉਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਰਸ ਕੀਤਾ। ਏਦਾਂ 20 ਰੁਪਇਆਂ ਦਾ ਮੇਰੇ ਪਾਤਸ਼ਾਹ ਨੇ ਲੰਗਰ ਲਾਇਆ। ਲੰਗਰ ਲਾ ਕੇ ਇਹਨਾਂ ਸਾਧੂਆਂ ਨੂੰ ਭੁੱਖਿਆਂ ਨੂੰ ਰਜਾ ਕੇ ਪਾਤਸ਼ਾਹ ਚੱਲ ਪਏ। ਕਬ ਸੰਤੋਖ ਸਿੰਘ ਬੰਦਨਾ ਧਰ ਪਰ ਜੁਗ ਕਰ ਜੋਰ। ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਸਤਿਗੁਰਾਂ ਦੇ ਚਰਨਾਂ ਤੇ ਹੱਥ ਜੋੜ ਕੇ ਬੰਦਨਾ ਕਰਦਾ ਹਾਂ। ਸੰਤ ਮਹੰਤ ਰੇਣ ਜਿਹੜੇ ਸੰਤ ਰੇਣ ਨੇ ਉਹ ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਜੀ ਹੁਣ ਤੁਸੀਂ ਜਾਓ। ਸਤਿਗੁਰੂ ਜੀ ਉੱਠ ਕੇ ਚਲੇ ਗਏ। ਜਿਹੜੇ ਸੰਤ ਰੇਣ ਦੇ ਚੇਲੇ ਸੀ ਨਾ ਉਹ ਕੋਲੋਂ ਕਹਿਣ ਲੱਗੇ ਸੰਤ ਜੀ ਇਹ ਕਿਹੋ ਜੀ ਤੁਸੀਂ ਅਸਭਿਅਕ ਗੱਲ ਕੀਤੀ ਕਿ ਉਹਨਾਂ ਨੇ ਇੰਨਾ ਤਰਸ ਕੀਤਾ, ਸਾਨੂੰ ਭੋਜਨ ਦਾ ਪ੍ਰਬੰਧ ਕੀਤਾ ਹੈ, ਸਾਡੇ ਤੇ ਤਰਸ ਕਰਕੇ ਗਏ ਨੇ, ਤੁਸੀਂ ਉਹਨਾਂ ਨੂੰ ਬੜੇ ਕੋਰਿਆਂ ਵਾਂਗੂ ਕਹਿ ਦਿੱਤਾ ਵੀ ਜਾਓ ਜੀ ਹੁਣ ਤੁਸੀਂ। ਏਦਾਂ ਕਿਉਂ ਆਖਿਆ? ਏਦਾਂ ਤਾਂ ਨਹੀਂ ਸੀ ਕਹਿਣਾ ਚਾਹੀਦਾ। ਉਹ ਆਪਣੀ ਇੱਛਾ ਨਾਲ ਜਦੋਂ ਮਰਜ਼ੀ ਜਾਂਦੇ, ਤੁਸੀਂ ਕਿਉਂ ਆਖਿਆ ਜਾਓ? ਤੋ ਮਹੰਤ ਸੰਤ ਰੇਣ ਜੀ ਦੱਸ ਰਹੇ ਨੇ ਆਪਣੇ ਅੰਦਰ ਦਾ ਭਾਵ, ਮੈਂ ਕਿਉਂ ਕਿਹਾ ਉਹਨਾਂ ਨੂੰ ਜਾਣ ਲਈ। ਉਹ ਕਥਾ ਆਪ ਜੀ ਅਗਲੇ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਹੈ ਪੂਰਨ ਹੈ ਸਰਬ ਮੈਂ, ਹੈ ਸੰਗੀ ਹੈ ਨਿਰੰਕਾਰ, ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ, ਹੈ ਅਪਰੰਪਰ ਹਰ ਹਰੇ, ਹੈ ਸੰਤ ਕੈ ਸਦਾ ਸੰਗ, हे ठाकुर हाँ दासरो, नानक दीज नाम दान, राखो हिया परोए, आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो तरे पार, जो शरदा कर सेवंदे, नानक पार उतार, वाहिगुरु नाम जहाज है, चढ़े सो तरे पार, जो शरदा कर सेवंदे, तारन हार। वाहिगुरु जी का खालसा, वाहिगुरु जी की फतेह।